ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਤੀਜਾ। ਸੁਖ ਸਾਗਰ ਹਰਿ ਨਾਮ ਹੈ, ਗੁਰਮੁਖ ਪਾਇਆ ਜਾਏ। ਅਨ ਦਿਨ ਨਾਮ ਧਿਆਈਐ, ਸਹਜੇ ਨਾਮ ਸਮਾਏ। ਅੰਦਰ ਰਚੈ ਹਰ ਸਚ ਸਿਉ, ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੈ ਪਾਏ, ਗੁਰ ਸ਼ਰਨਾਈ ਸੁਖ ਲਹੈ। ਅਨ ਦਿਨ ਨਾਮ ਧਿਆਏ। ਰਹਾਉ ਸਾਚੇ ਮੈਲ ਨ ਲਾਗਈ, ਮਨ ਨਿਰਮਲ ਹਰਿ ਧਿਆਏ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬਲਾਇਆ, ਅਗਿਆਨ ਅੰਧੇਰਾ ਜਾਏ। ਮਨ ਮੁਖ ਮੈਲੇ ਮਲ ਭਰੇ, ਹਾਂ ਮੈਂ ਤ੍ਰਿਸ਼ਨਾ ਵਿਕਾਰ। ਬਿਨ ਸ਼ਬਦ ਮੈਲ ਨ ਉਤਰੈ, ਮਾਰ ਜੰਮੈ ਹੋਏ ਖੁਆਰ।
गुरमुख जप तप संयमी, हर के नाम प्यार। गुरमुख सदा ध्याइयै, एक नाम करतार। नानक नाम ध्याइयै, सबना जियां का आधार। गुरमुख जप तप संयमी, हर के नाम प्यार। गुरमुख सदा ध्याइयै, एक नाम करतार। नानक नाम ध्याइयै, सबना जियां का आधार। वाहिगुरु जी का खालसा, वाहिगुरु जी की फतेह। ये पावन शब्द जो श्री राग अंदर तीजे पातशाह गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 29 अंग ते सुशोभित है। इस पावन शब्द दी विचार ज्ञानी सरबजीत सिंह जी टोटियां, प्रचारक श्रोमणी गुरुद्वारा प्रबंधक कमेटी आप जी नूं सरवण करवाउणगे। एक दिन दा उन्हां दा समा है साडे पास। प्रबंधक सेवादारां वल्लों भाई साहब जी दा धन्नवाद। इस महीने दी संगरांद 17 तरीक नूं है। गुरु घर दी सेवा दे विच गुरु के लंगरां वास्ते रसद, कड़ा प्रसाद दी देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत दी सेवा जथेदार बाबा बचन सिंह जी करवा रहे हैं। अपने घरां दे विच बच्चियां दे नाल पंजाबी बोलो, बच्चियां नूं गुरमुखी पढ़ाओ, ताकि साडे बच्चे गुरु ग्रंथ साहब महाराज जी दे चरनी लग सकन। रोटी रोजी वास्ते पैसियां दे माया दे वड्डे वड्डे पैकेज लैण वास्ते असी बच्चियां नूं रशियन भी पढ़ाई है, चाइनीज़ भी पढ़ाई है, स्पैनिश भी पढ़ाई है, जर्मन भी पढ़ाई है। पर जदों फिर बच्चे कट्ठे नहीं रहिंदे, सानू टैलीफोन भी नहीं करते, अपनी भी उन्हां दी जिंदगी जदों ठीक नहीं चलती, फिर असी गुरु ग्रंथ साहब महाराज अगे आके हाथ जोड़ते हैं कि महाराज साडे बच्चों के सिर ते हाथ रखो। पहला सानू ये लग्या भी जे साडे बच्चों ने पंजाबी पढ़ लई, गुरबाणी पढ़ लई, ये तां नकम्मे भाई ग्रंथी लगणगे, होर की होएगा।
ਸਾਨੂੰ ਨਹੀਂ ਸਮਝ ਆ ਰਹੀ ਅਸੀਂ ਇੰਨੇ ਪਾਗਲ ਹਾਂ, ਕਮਲੇ ਹਾਂ। ਜਿੱਥੋਂ ਸਾਰੇ ਸੁੱਖ ਮਿਲਣੇ ਸੀ ਉਹ ਗੁਰਬਾਣੀ ਛੱਡ ਦਿੱਤੀ, ਦੂਜੀਆਂ ਭਾਸ਼ਾ ਸਿੱਖ ਲਈਆਂ। ਸੋ ਆਪਾਂ ਵਾਪਸ ਮੁੜੀਏ। ਕੋਈ ਭਾਸ਼ਾ ਮਾੜੀ ਨਹੀਂ, ਕੋਈ ਦੁਨੀਆ ਦਾ ਕਾਰੋਬਾਰ ਮਾੜਾ ਨਹੀਂ, ਬੇਈਮਾਨੀ ਦਾ ਨਹੀਂ ਹੋਣਾ ਚਾਹੀਦਾ। ਕਿਰਤਾਂ ਜੁੱਤੀਆਂ ਗੰਢਣ ਦੀ ਵੀ ਠੀਕ ਹੈ। ਭਗਤ ਰਵਿਦਾਸ ਜੀ ਇਹੀ ਕਿਰਤ ਕਰਦੇ ਸਨ, ਪਰ ਜੀਵਨ ਇੰਨਾ ਪਵਿੱਤਰ ਸੀ ਕਿ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਔਰ ਅਸੀਂ ਗੁਰੂ ਤੁਲ ਜਾਣ ਰੋਜ਼ ਉਹਨਾਂ ਨੂੰ ਮੱਥਾ ਟੇਕਦੇ ਹਾਂ। ਸੋ ਆਓ ਆਪਾਂ ਇੰਨੀ ਨਫ਼ਰਤ ਨਾ ਕਰੀਏ ਪੰਜਾਬੀ ਨਾਲ, ਗੁਰਮੁਖੀ ਨਾਲ, ਕਿ ਪਰਲੋਕ ਦਾ ਤਾਂ ਪਤਾ ਨਹੀਂ, ਪਰਲੋਕ ਵਾਲੀ ਢੋਈ ਸਾਡੀ ਗਵਾਚ ਜਾਣੀ ਹੈ। ਦੁਨੀਆ ਆ ਕੇ ਜਿਹੜੇ ਹਿੰਦੀ ਬੋਲਦੇ ਨੇ ਉਹ ਆ ਕੇ ਇੱਥੇ ਸੁੱਖ ਮੰਗਦੇ ਨੇ। ਅਸੀਂ ਪੰਜਾਬੀ ਵਾਲੇ ਅਸੀਂ ਅੰਗਰੇਜ਼ੀ 'ਚੋਂ ਸੁੱਖ ਲੱਭਣ ਭੱਜ ਗਏ ਵੀ ਉੱਥੋਂ ਚੱਲਦੇ ਉੱਥੋਂ ਲੈ ਕੇ ਆਉਂਦੇ ਹਾਂ। ਸੋ ਮੇਰੇ ਕਹਿਣ 'ਤੇ ਬੇਸ਼ੱਕ ਨਾ ਪੰਜਾਬੀ ਬੋਲੋ, ਨਾ ਗੁਰਮੁਖੀ ਪੜ੍ਹਾਓ, ਪਰ ਜੇ ਤੁਸੀਂ ਆਪਣੇ ਬੱਚਿਆਂ ਦੇ ਮਿੱਤਰ ਹੋ, ਦੁਸ਼ਮਣ ਨਹੀਂ ਹੋ, ਤੇ ਬੱਚਿਆਂ ਨੂੰ ਪਾਠ ਜ਼ਰੂਰ ਸਿਖਾ ਦਿਓ ਕਿ ਪੁੱਤ ਬਾਕੀ ਕੰਮ ਕੋਈ ਹੋਵੇ ਨਾ ਹੋਵੇ, ਸਵੇਰੇ ਉੱਠ ਕੇ ਬਾਣੀ ਜ਼ਰੂਰ ਪੜ੍ਹਿਓ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਅੰਨ ਦਿਨ ਨਾਮ ਧਿਆਈਐ, ਸਹਜੇ ਨਾਮ ਸਮਾਏ। ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਡਭਾਗੇ ਹਾਂ, ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੀ ਪਾਵਨ ਬਾਣੀ ਕੀਰਤਨ ਦੇ ਰੂਪ ਵਿੱਚ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਸੀ। ਹਰ ਰੋਜ਼ ਦੀ ਤਰ੍ਹਾਂ
ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੀ ਗੁਰ ਕਉ ਬਲ ਜਾਈਆਂ ਦੇ ਮਹਾਂਵਾਕਾਂ ਅਨੁਸਾਰ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਬੜੇ ਹੀ ਪਿਆਰ ਸਤਿਕਾਰ ਸਹਿਤ ਆਪਾਂ ਜਿੱਥੇ ਜਿੱਥੇ ਵੀ ਜੁੜ ਕੇ ਬੈਠੇ ਹਾਂ ਸਰਵਣ ਕਰਨ ਦਾ ਯਤਨ ਕਰੀਏ। ਆਓ ਇੱਕ ਵਾਰ ਸਾਰੀ ਸੰਗਤ ਕੁਝ ਸਮੇਂ ਵਾਸਤੇ तमाम दुनियावी फुरनिਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀਏ। ਇਕਾਗਰਤਾ ਬਖਸ਼ਿਸ਼ ਕਰੋ, ਸਤਿਕਾਰ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀ ਵਿਚਾਰ ਵਿੱਚ ਆਪ ਜੀ ਨੇ ਸ੍ਰੀ ਰਾਗ ਦੇ ਅੰਦਰ ਜੋ 39ਵਾਂ ਸ਼ਬਦ ਹੈ ਉਸ ਵਿਚਾਰ ਨੂੰ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ ਹੈ। ਇਸ ਤੋਂ ਅੱਗੇ ਜੋ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ ਇਹਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਸਾਹਿਬ ਪਹਿਲੀ ਪੰਕਤੀ ਵਿੱਚ ਬੜੇ ਪਿਆਰ ਨਾਲ ਸਮਝਾਉਂਦੇ, ਹਜੂਰ ਕਹਿੰਦੇ ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਹਾਰਾਜ ਕਹਿੰਦੇ ਵੀ ਵਾਹਿਗੁਰੂ ਅਕਾਲ ਪੁਰਖ ਦਾ ਜੋ ਨਾਮ ਹੈ ਇਹ ਸੁੱਖਾਂ ਦਾ ਸਾਗਰ ਹੈ। ਠੀਕ ਹੈ ਵੀ ਬੰਦਾ ਦੁਨੀਆ ਦੇ ਉੱਤੇ ਸੁੱਖ ਲੱਭਣ ਵਾਸਤੇ ਸੰਸਾਰ ਤੇ ਬਹੁਤ ਯਤਨ ਕਰਦਾ ਹੈ। ਯਾਦ ਰੱਖਣਾ ਸਾਧ ਸੰਗਤ, ਜੇ ਕੋਈ ਇਹ ਕਵੇ ਕਿ ਬਹੁਤ ਜ਼ਿਆਦਾ ਧਨ ਦੌਲਤ ਮਾਇਆ ਦੇ ਨਾਲ ਬੰਦੇ ਨੂੰ ਸੁੱਖ ਮਿਲ ਸਕਦਾ ਹੈ ਤੇ ਇਹ ਵੀ ਗੱਲ ਜਿਹੜੀ ਹੈ ਉਹ ਬਿਲਕੁਲ ਠੀਕ ਨਹੀਂ। ਜੇ ਕੋਈ ਇਹ ਕਵੇ ਕਿ ਮੈਂ 5-6 ਦਿਨ ਲਗਾਤਾਰ ਕੰਮ ਕਰਦਾ ਹਾਂ, ਕਾਰੋਬਾਰ ਕਰਦਾ ਹਾਂ ਤੇ ਇੱਕ ਦਿਨ ਛੁੱਟੀ ਦਾ ਆਉਂਦਾ ਹੈ, ਚਲੋ ਜੀ ਆਪਾਂ ਪਰਿਵਾਰ ਨਾਲ ਜਾ ਕੇ ਕੋਈ ਨਾਟਕ ਚੇਟਕ ਕੋਈ ਫਿਲਮ ਵੇਖ ਕੇ ਆਪਣਾ ਮਨ ਪਰਚਾਵਾ ਕਰ ਲਈਏ, ਇਹਦੇ ਚੋਂ ਸੁੱਖ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਹਜੂਰ ਕਹਿੰਦੇ ਨਹੀਂ। ਕਈ ਵਾਰ ਬੰਦੇ ਦਾ ਟਿਕਾ ਦੇਸ਼ ਵਿੱਚ ਨਹੀਂ ਬਣਦਾ, ਬੰਦੇ ਦੇ ਕੋਲ ਸਹੂਲਤਾਂ ਸਾਰੀਆਂ ਨੇ ਪਰ ਮਨ ਦਾ ਚੈਨ ਉੱਡ ਚੁੱਕਾ ਹੈ, ਸ਼ਾਂਤੀ ਨਹੀਂ ਹੈ ਤੇ ਇਨਸਾਨ ਦੇ ਮਨ ਵਿੱਚ ਭਟਕਣਾ ਇੰਨੀ ਵੱਧਦੀ ਹੈ ਵੀ ਮੈਂ ਇਸ ਦੇਸ਼ ਵਿੱਚ ਹੀ ਨਹੀਂ ਰਹਿਣਾ, ਮੈਂ ਪ੍ਰਦੇਸ਼ 'ਚ ਜਾ ਕੇ ਸੁੱਖ ਲੱਭਾਂਗਾ। ਸਤਿਗੁਰੂ ਜੀ ਕਹਿੰਦੇ ਵੀ ਭਾਵੇਂ ਦੇਸ਼ ਛੱਡ ਕੇ ਪ੍ਰਦੇਸ਼ ਵਿੱਚ ਚਲੇ ਜਾਓ, ਸੁੱਖ ਤਾਂ ਵੀ ਉਸ ਤਰੀਕੇ ਨਾਲ ਮਿਲ ਨਹੀਂ ਸਕਦਾ ਜਿਵੇਂ ਦਾ ਸੁੱਖ ਗੁਰੂ ਸ਼ਬਦ ਨਾਲ ਜੁੜ ਕੇ ਮਿਲ ਸਕਦਾ ਹੈ। ਫਿਰ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਕਿਵੇਂ ਪ੍ਰਾਪਤ ਹੋਵੇ? ਤੇ ਹਜੂਰ ਨੇ ਕਿਹਾ ਵਾਹਿਗੁਰੂ ਦੇ ਗੁਣ ਗਾਉਣ ਨਾਲ, ਗੁਰੂ ਦੀ ਬਾਣੀ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਦੇ ਨਾਲ ਬੰਦੇ ਦੀ ਝੋਲੀ ਵਿੱਚ ਸਾਰੇ ਸੁੱਖ ਪੈ ਸਕਦੇ ਹਨ। ਕਿਉਂਕਿ ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਂਦਾ ਹੈ ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ। ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਨੇ, ਹਜੂਰ ਕਹਿੰਦੇ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਮਹਾਰਾਜ ਕਹਿੰਦੇ ਹਰੀ ਦੇ ਗੁਣ ਗਾਉਣ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ। ਕਿਉਂਕਿ ਸਾਧ ਸੰਗਤ ਵੈਸੇ ਜਿਹੜੀ ਸੰਸਾਰ ਦੇ ਉੱਤੇ ਇਹ ਜਿਹੜੀ ਜ਼ਿੰਦਗੀ ਸਾਨੂੰ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ੀ ਹੈ ਨਾ, ਇਹ ਜ਼ਰੂਰੀ ਨਹੀਂ ਵੀ ਸਾਰੀ ਉਮਰ ਸੁੱਖ ਹੀ ਆਉਣੇ ਨੇ, ਸੁੱਖ ਹੀ ਆਉਣੇ ਨੇ, ਦੁੱਖ ਬੰਦੇ ਦੀ ਜ਼ਿੰਦਗੀ 'ਚ ਆਉਣਾ ਹੀ ਨਹੀਂ। ਇਹ ਸਮਝਣ ਦਾ ਵਿਸ਼ਾ ਹੈ। ਜਦੋਂ ਮਨੁੱਖ ਸ਼ਬਦ ਨਾਲ ਜੁੜਦਾ ਹੈ ਤੇ ਫਿਰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਚੱਲਦੀ ਹੋਈ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਆਉਂਦੀਆਂ ਨੇ, ਦੁੱਖ ਵੀ ਆਉਂਦੇ ਨੇ ਤੇ ਸੁੱਖ ਵੀ ਆਉਂਦੇ ਨੇ। ਕਿਉਂਕਿ ਗੁਰੂ ਮਹਾਰਾਜ ਨੇ ਤੇ ਬਾਣੀ ਵਿੱਚ ਇੱਥੋਂ ਤੱਕ ਕਹਿ ਦਿੱਤਾ ਵੀ ਜਿਵੇਂ ਸਾਡੇ ਤਨ ਦੇ ਕੱਪੜੇ ਨੇ, ਇਹਨਾਂ ਨੂੰ ਗੰਦਗੀ ਲੱਗ ਜਾਵੇ, ਮੈਲੇ ਹੋ ਜਾਣ, ਅਸੀਂ ਉਤਾਰ ਕੇ ਦੂਸਰੇ ਦਿਨ ਫੇਰ ਨਵੇਂ ਪਾਉਂਦੇ ਹਾਂ। ਇੱਦਾਂ ਹੀ ਚੱਲਦੀ ਹੋਈ ਜ਼ਿੰਦਗੀ ਦੇ ਅੰਦਰ ਕਦੇ ਪਰੇਸ਼ਾਨੀ ਹੈ, ਕਦੇ ਗਮੀ ਹੈ, ਕਦੇ ਖੁਸ਼ੀ ਹੈ। ਤੇ ਜਦੋਂ ਗੁਰੂ ਦੀ ਬਾਣੀ ਨਾਲ ਜੁੜ ਜਾਵਾਂਗੇ ਤੇ ਸਾਧ ਸੰਗਤ ਫਿਰ ਹਰ ਤਰ੍ਹਾਂ ਦਾ ਜਿਹੜਾ ਦੁੱਖ ਹੈ ਉਹਦਾ ਵੀ ਸਾਹਮਣਾ ਕਰਾਂਗੇ
ਤੇ ਫਿਰ ਮਨ ਵਿੱਚ ਇਹ ਗੱਲ ਪਰਪੱਕ ਹੋ ਜਾਵੇਗੀ ਵੀ ਜੇ ਸੁੱਖ ਮਿਲਣਾ ਹੈ ਤੇ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਮਿਲਣਾ ਹੈ। ਬਾਣੀ ਦਾ ਬਹੁਤ ਪਿਆਰਾ ਬਚਨ ਹੈ। ਹਜੂਰ ਕਹਿੰਦੇ ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਸਾਡਾ ਮਨੁੱਖੀ ਮਨ ਦਾ ਸੁਭਾਅ ਹੈ, ਅਸੀਂ ਸੁੱਖ ਲੱਭਦੇ ਹਾਂ, ਖੁਸ਼ੀ ਲੱਭਦੇ ਹਾਂ, ਤੇ ਜੇਕਰ ਜ਼ਿੰਦਗੀ 'ਚ ਪਰੇਸ਼ਾਨੀ ਆਉਂਦੀ ਹੈ ਤੇ ਉਸ ਵੇਲੇ ਫਿਰ ਬੰਦਾ ਭਟਕਣਾ ਸ਼ੁਰੂ ਹੋ ਜਾਂਦਾ ਹੈ। ਉਦੋਂ ਗੁਰੂ ਦਾ ਆਸਰਾ ਛੱਡ ਕੇ, ਬਾਣੀ ਦਾ ਆਸਰਾ ਛੱਡ ਕੇ ਕਈ ਵਾਰ ਬੰਦਿਆਂ ਦਾ ਆਸਰਾ, ਹੋਰ ਕਰਮ ਕਾਂਡ ਭਰਮਾਂ ਦੇ ਵਿੱਚ ਪੈ ਕੇ ਜੀਵਨ ਨੂੰ ਅਸੀਂ ਖੁਆਰ ਕਰ ਲੈਂਦੇ ਹਾਂ। ਜਪਜੀ ਸਾਹਿਬ ਦੇ ਵਿੱਚ ਬਹੁਤ ਪਿਆਰੀ ਪੰਕਤੀ ਹੈ, ਰੋਜ਼ ਪੜ੍ਹਦੇ ਹਾਂ। ਜਦੋਂ ਇਹ ਪੰਕਤੀ ਪੜ੍ਹੀ ਜਾਂਦੀ ਹੈ ਕਿ ਕੇਤਿਆ ਦੁਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਬੰਦਾ ਸੁੱਖ ਇੰਨੇ ਕੁ ਜ਼ਿੰਦਗੀ 'ਚ ਲੱਭਦਾ ਹੈ, ਦੁੱਖਾਂ ਨੂੰ ਭੁੱਲ ਕੇ ਬੈਠਾ ਹੈ ਵੀ ਦੁੱਖ ਵੀ ਆ ਸਕਦੇ ਨੇ, ਗਮੀ ਵੀ ਆ ਸਕਦੀ ਹੈ। ਸੋਹਣੀ ਗੱਡੀ ਮਿਲੀ ਤੇ ਅਸੀਂ ਆਪਣੀ ਮਰਜ਼ੀ ਨਾਲ ਇੱਕ ਪੰਕਤੀ ਉਹਦੇ ਮਗਰ ਲਿਖ ਦਿੱਤੀ ਵੀ ਇਹ ਪੇ ਦਾਤ ਤੇਰੀ ਦਾਤਾਰ। ਘਰ ਮਿਲਿਆ ਤਾਂ ਵੀ ਲਿਖਿਆ, ਪਰ ਇਹ ਪੰਕਤੀ ਉਹਨਾਂ ਚਿਰ ਅਧੂਰੀ ਹੈ ਜਿੰਨਾ ਚਿਰ ਇਹਦੇ ਤੋਂ ਪਹਿਲੀ ਪੰਕਤੀ ਨਹੀਂ ਸਮਝੀ ਜਾਵੇ। ਮਹਾਰਾਜ ਕਹਿੰਦੇ ਨੇ ਵੀ ਕੇਤਿਆ ਦੁਖ ਭੂਖ ਸਦ ਮਾਰ, ਕਿ ਜਦੋਂ ਮਨੁੱਖ ਗੁਰੂ ਦੀ ਬਾਣੀ ਨਾਲ ਜੁੜ ਗਿਆ, ਅਕਾਲ ਪੁਰਖ ਦੇ ਨਾਮ ਨਾਲ ਜੁੜ ਗਿਆ, ਫਿਰ ਚੱਲਦੀ ਹੋਈ ਜ਼ਿੰਦਗੀ ਦੇ ਵਿੱਚ ਕਿਤੇ ਵੱਡਾ ਦੁੱਖ ਵੀ ਆ ਗਿਆ, ਭੁੱਖ ਦਾ ਅਰਥ ਹੈ ਗਰੀਬੀ ਵੀ ਆ ਗਈ, ਕਾਰੋਬਾਰ ਢਿੱਲਾ ਪੈ ਗਿਆ, ਤੇ ਸੱਦ ਮਾਰ ਦਾ ਅਰਥ ਹੈ ਵੀ ਕੋਈ ਵੱਡੀ ਮਾਰ ਵੀ ਪੈ ਗਈ, ਤੇ ਸਿੱਖ ਉਹ ਹੈ ਜਿਹੜਾ ਕਦੇ ਵਾਹਿਗੁਰੂ ਨਾਲ ਗਿਲਾ ਨਹੀਂ ਕਰਦਾ, ਸ਼ਿਕਵਾ ਨਹੀਂ ਕਰਦਾ। ਉਹ ਇਹ ਸਮਝਦਾ ਹੈ ਵੀ ਮਹਾਰਾਜ ਇਹ ਪੇ ਦਾਤ ਤੇਰੀ ਦਾਤਾਰ, ਇਹ ਵੀ ਤੇਰੀ ਦਿੱਤੀ ਹੋਈ ਵਾਹਿਗੁਰੂ ਦਾਤ ਹੈ। ਤੇ ਜਦੋਂ ਇਸ ਗੱਲ ਦੀ ਸਮਝ ਪੈ ਜਾਵੇਗੀ ਫਿਰ ਪਤਾ ਲੱਗੇਗਾ ਵੀ ਅਸਲੀ ਸੁੱਖ ਕੀ ਹੈ। ਗਮੀ ਦੇ ਵਿੱਚ ਵੀ ਖੁਸ਼ ਰਹਿਣਾ, ਮਾਯੂਸ ਨਹੀਂ ਹੋਣਾ, ਤੇ ਹਰ ਵੇਲੇ ਆਪਣੇ ਚਿਹਰੇ ਦੇ ਉੱਤੇ ਵਿਗਾਸ ਰੱਖਣਾ। ਇਹਦੀ ਪ੍ਰਾਪਤੀ ਉਹਨੂੰ ਹੋ ਸਕਦੀ ਹੈ ਜਿਹੜਾ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ, ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਜ਼ਿੰਦਗੀ ਇਸੇ ਦਾ ਹੀ ਤੇ ਨਾਂ ਹੈ ਨਾ, ਪਰੇਸ਼ਾਨੀਆਂ ਦੁੱਖ ਬੜਾ ਕੁਝ ਆਉਂਦਾ ਹੈ ਜ਼ਿੰਦਗੀ 'ਚ। ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੱਡੇ ਤੋਂ ਵੱਡਾ ਦੁੱਖ ਝੱਲਣ ਦੀ ਸਮਰੱਥਾ, ਤੇ ਉਸ ਵੇਲੇ ਵੀ ਆਪਣੀ ਉਸ ਅਵਸਥਾ ਵਿੱਚ ਟਿਕੇ ਰਹਿਣਾ, ਜਿਹਨੂੰ ਸਹਿਜ ਅਵਸਥਾ ਬਾਣੀ 'ਚ ਕਿਹਾ ਗਿਆ ਹੈ ਕਿ ਮਨੁੱਖ ਕਦੇ ਫਿਰ ਥਿੜਕਦਾ ਨਹੀਂ, ਡੋਲਦਾ ਨਹੀਂ, ਤੇ ਉਹ ਸੁੱਖ ਵਾਲੀ ਅਵਸਥਾ ਦੇ ਵਿੱਚ ਹੀ ਸੰਸਾਰ ਤੇ ਵਿਚਰਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਤਾਂ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਨਾਲ ਜੁੜ ਕੇ ਤੇ ਨਾਮ ਦੀ ਪ੍ਰਾਪਤੀ ਕਰ ਲੈਂਦੇ ਹਾਂ। ਸੁੱਖ ਸਾਗਰ ਇੱਕ ਨਹੀਂ, ਵਾਹਿਗੁਰੂ ਦਾ ਨਾਮ ਸੁੱਖਾਂ ਦਾ ਸਾਗਰ ਹੈ। ਸਾਹਿਬ ਜੀ ਕਹਿੰਦੇ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਮਹਾਰਾਜ ਕਹਿੰਦੇ ਨਾਮ ਦੀ ਪ੍ਰਾਪਤੀ ਤਾਂ ਹੋਣੀ ਹੈ ਵੀ ਜਦੋਂ ਆਪਣਾ ਮੁਖ ਗੁਰੂ ਵੱਲ ਕਰਾਂਗੇ। ਨਾਮ ਦਾ ਦਾਤਾ ਕੇਵਲ ਗੁਰੂ ਹੈ, ਤੇ ਗੁਰੂ ਹੈ ਸ਼ਬਦ ਬਾਣੀ ਗੁਰੂ, ਜਿਹਦੇ ਤੇ ਬਾਬੇ ਨਾਨਕ ਨੇ ਮੋਹਰ ਲਾਈ, ਸ਼ਬਦ ਗੁਰੂ ਸੁਰਤ ਤੁਨ ਚੇਲਾ ਕਹਿ ਕੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੱਕੇ ਤੌਰ ਤੇ ਨਦੇੜ ਦੀ ਧਰਤੀ ਤੇ ਇਹ ਬਚਨੀ ਕਰ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜਦੋਂ ਇਸ ਗੁਰੂ ਗ੍ਰੰਥ ਵੱਲ ਮੁੱਖ ਕਰ ਲਵਾਂਗੇ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਵੱਲ ਮੁੱਖ ਕਰਕੇ ਤੇ ਉਸ ਨਾਮ ਦੀ ਜਿਹੜਾ ਸੁੱਖਾਂ ਦਾ ਸਾਗਰ ਹੈ ਉਹਦੀ ਪ੍ਰਾਪਤੀ ਸਹਿਜੇ ਹੋ ਸਕਦੀ ਹੈ। ਫਿਰ ਅਗਲਾ ਬਚਨ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ। ਸਾਹਿਬ ਕਹਿੰਦੇ ਅਨ ਦਿਨ ਨਾਮ ਧਿਆਈ ਐ, ਸਹਿਜੇ ਨਾਮ ਸਮਾਏ। ਹਰ ਵੇਲੇ ਦਿਨ ਰਾਤ ਉਸ ਨਾਮ ਨੂੰ ਧਿਆਉਣਾ ਕਰਾਂਗੇ। ਕਦੋਂ? ਜਦੋਂ ਮੁਖ ਗੁਰੂ ਵੱਲ ਹੋ ਜਾਵੇਗਾ, ਸਬਰ ਰੱਖਣਾ ਆ ਜਾਵੇਗਾ, ਜੀਵਨ ਸੰਜਮੀ ਬਣ ਜਾਵੇਗਾ, ਜ਼ਿੰਦਗੀ ਵਿੱਚੋਂ ਕਾਲਾਪਣ ਦੂਰ ਹੋਵੇਗਾ, ਸੰਤੋਖ ਆਵੇਗਾ, ਭਟਕਣਾ ਖਤਮ ਹੋਵੇਗੀ। ਤੇ ਮਹਾਰਾਜ ਕਹਿੰਦੇ ਅੰਦਰ ਫਿਰ ਉਹ ਅਵਸਥਾ ਪੈਦਾ ਹੋਵੇਗੀ ਜਿਹਨੂੰ ਸਹਿਜ ਕਿਹਾ ਜਾਂਦਾ ਹੈ। ਸਾਧ ਸੰਗਤ, ਵੈਸੇ ਵੀ ਜੇ ਸਹਿਜ ਦੀ ਪ੍ਰਾਪਤੀ ਕਰਨੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਕਰਨੀ, ਤੇ ਬੰਦੇ ਦੀ ਜ਼ਿੰਦਗੀ 'ਚ ਸਹਿਜ ਬੜਾ ਜ਼ਰੂਰੀ ਹੈ। ਤੇ ਸਹਿਜ ਬਾਹਰੋਂ ਨਹੀਂ,
कई बार असीं बाहर बड़े काले हुन्ने आ, क्रोध साडे ते सवार हुंदा है, बड़ी भटकना च तुरे फिरदे आ, ते गुरु घर की दहलीज दे अंदर प्रवेश करदे ही असीं अपने सुभाअ दे अंदर तब्दीली लै आउने। पर याद रखना, जिवें दी निमरता गुरु घर आके विखाई जाती है, जिवें दा सहज प्यार गुरु घर आके दिखाउणा है, इसे तरह का सहज बंदे की जिंदगी विच भी बनना चाहिए है। इसे तरह का प्यार संसार दे विच भी दिसना चाहिए है। कोई वितकरा ना करिए, हर वेले नेकी करनी, परोपकार करना, ये कुछ ऐसे गुण ने जिहड़े वाहिगुरू अकाल पुरख की बाणी नाल जुड़ के ही प्राप्त हो सकते हैं। तो महाराज सच्चे पातशाह जी ने बाणी विच भी लिखिया है कि जेकर नाम की प्राप्ति करनी है तो उहदे लई सहज जिंदगी विच बड़ा जरूरी है। सहजे रहे समाए, बहुत प्यारा बचन है बाणी दे अंदर। साहब जी कहते, हर का बिलोव ना बिलोवो मेरे भाई, सहज बिलोवो जैसे तत ना जाई। हुण सुआणियां पहलियां समयां च दुध रिड़कने पाउंदियां सन, हत्थां नाल दुध रिड़कना, ते इस तरह का रिड़कना कि जिहड़ा तत सी, मक्खण सी, वो हत्थ विच आ जावे, वो लस्सी का रूप ना हो जावे। बाणी भी इस तरह पढ़नी चाहिए। वेखो साध संगत, काली नहीं करनी चाहिए कदे बाणी पढ़दे आ। बड़े गुरमुख ने एक दिन विच कई कई पाठ करते हैं, चंगी गल है। और बंदा कई बार दरसाउंदा भी है भी ज्ञानी जी मैं एक दिन च जपजी साहब दे इन्ने पाठ करदा, इन्ने पाठ सुखमनी साहब दे करदा। पर पाठ इन्ना हौली ते इन्ना प्यार ते इन्ना सहज नाल ते इन्ना मुस्कुरा के करना चाहिए है कि सचमुच उहदे विचों जिहड़ा असली तत्त है वो साडी जिंदगी का आधार बन जाए, काली नाल नहीं। वार वार गुरु ग्रंथ साहब की बाणी च जदों आपां सहज पाठ करते हैं, रहाओ शब्द आउंदा है, ते रहाओ का अर्थ ये हुंदा है ठहरना, कि समझो, प्यार नाल इस नुक्ते नूं समझो जो गुरु साहब समझा रहे हैं। ते महाराज फिर बाणी विच कहिंदे, हर का बिलोवना बिलोवो मेरे भाई, सहज बिलोवो जैसे तत न जाई। फिर अगे बड़ी कमाल की गल कही, तन कर मटकी, कहिंदे अपने शरीर नूं मटकी जान, मन माहे बिलोई, ते मन जिहड़ा ये मधानी दे समान है, इस मटकी मैं शब्द संजोई। ते रिड़कना की है इस शरीर दे विचों, शरीर रूपी मटकी चों, कहिंदे शब्द। ते जदों शब्द का रिड़कना पावांगे ना, ते याद रखना साध संगत, उदों फिर वाहिगुरू अकाल पुरख का नाम ओदी सहजे ही प्राप्ति हो जाती है। ते वो जिहड़ी प्राप्ति है फिर थोड़े समय लिए नहीं हुंदी, वो लंबे समय लिए हुंदी है। फिर जिंदगी दे अंदर किन्ने भी दुख आउण, मुसीबतां आउण, बंदा कदे घबराउंदा नहीं, गुरु का दर नहीं छड्डदा, एवें भरम भुलेखियां का शिकार होकर अपने आप नूं खुवार नहीं करता। तो इस करके महाराज कहिंदे अंदर सहज तां आउणा है जेकर उस वाहिगुरू अकाल पुरख नूं असीं याद रखांगे। कदों? हर वेले, अन दिन। फिर अगे बचन किया महाराज ने तीसरी पंक्ति च, धन गुरु अमरदास जी कहिंदे, अंदर रचै हर सच स्यों, रसना हर गुण गाए। जदों अंदर सच आ गया ना, सच की प्राप्ति हो गई, ते फिर आ जिहड़ी रसना है इन्हें भी सच्चे अकाल पुरख वाहिगुरू दे गुण ही गाउणे। याद रखना साध संगत, जेकर अंदर भटकना है तो बंदा कदे भी अपनी रसना दे नाल टिक के गुरु की बाणी नूं नहीं पढ़ सकता। पर जे अंदर शांत हो चुका है, अंदरों जिहड़ी भटकना है, अंदर जिहड़े वकार वार वार तंग करते ने, काम क्रोध लोभ मोह हंकार चुगली निंदिया ईरखा, ये अवगण ने सारे। ते मनुखी मन का सुभाव है भी ये अवगणा की पंड सिर ते चुकी फिरदा है। साहब कहिंदे जदों गुरु शब्द नाल ये अवगण खत्म हो गए, जिंदगी च सहज आ गया, फिर रसना तो भी हर वेले अमृत वरसेगा। फिर रसना जिहड़ी ये भी बड़े प्यार नाल गुरु की बाणी नूं पढ़ेगी, नाम जपेगी। फिर अगे रहाओ वालियां पंक्तियां च गुरु अमरदास महाराज ने बचन कीते। साहब जी कहिंदे, भाई रे जग दुखिया दूजै भाए। कहिंदे, हे मेरे भाई, वेखो भाई शब्द किड्डा प्यारा है।
ਅਸੀਂ ਨਾ ਅੱਜ ਕੱਲ੍ਹ ਸਿੰਘ ਸਾਹਿਬ ਮੇਰੇ ਤੋਂ ਪਹਿਲਾਂ ਬੇਨਤੀ ਕਰ ਰਹੇ ਸੀ, ਸ਼ਾਇਦ ਅਸੀਂ ਇਸੇ ਕਰਕੇ ਹੀ ਅੱਜ ਬੱਚਿਆਂ ਨੂੰ ਗੁਰਮੁਖੀ ਤੋਂ ਦੂਰ ਕੀਤਾ ਹੈ, ਜਾਂ ਅਸੀਂ ਬਾਣੀ ਸਿਖਾ ਕੇ ਜਾਂ ਬਾਣੀ ਪੜ੍ਹਾ ਕੇ ਖੁਸ਼ ਹੀ ਨਹੀਂ ਵੀ ਅਸੀਂ ਕਿਹੜਾ ਭਾਈ ਬਣਾਉਣਾ ਹੈ ਆਪਣੇ ਬੱਚੇ ਨੂੰ। ਪਰ ਵੈਸੇ ਸ਼ਬਦ ਬੜਾ ਮਹਾਨ ਹੈ, ਬੜਾ ਪਵਿੱਤਰ ਸ਼ਬਦ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਰੀ ਉਮਰ ਜਿਨ੍ਹੇ ਰਾਤ ਦਿਨ ਸਹਿਯੋਗ ਦਿੱਤਾ, ਸਾਥ ਦਿੱਤਾ, ਵਿਖੜੇ ਪੈਂਡਿਆਂ ਦੇ ਵਿੱਚ ਔਖੇ ਸਮੇਂ ਤੇ ਮੁਸੀਬਤਾਂ ਦੇ ਦੌਰ ਅੰਦਰ ਜਿਨ੍ਹੇ ਕਦੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਹ ਨਹੀਂ ਨਾ ਛੱਡੀ, ਉਹ ਮਰਦਾਨਾ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਇਹ ਭਾਈ ਮਰਦਾਨਾ ਹੈ, ਆਪਣਾ ਭਰਾ ਬਣਾਇਆ ਮਹਾਰਾਜ ਨੇ। ਔਰ ਉਹਨਾਂ ਤੋਂ ਲੈ ਕੇ ਅੱਜ ਤੱਕ ਆਪਣਾ ਇਤਿਹਾਸ ਪੜ੍ਹ ਕੇ ਵੇਖ ਲਓ, ਬੰਦ ਕਟਾਉਣ ਵਾਲੇ, ਚਰਖੜੀਆਂ ਤੇ ਚੜ੍ਹਨ ਵਾਲੇ। ਔਰ ਸਾਧ ਸੰਗਤ ਜੀ, ਉਬਲਦੀਆਂ ਹੋਈਆਂ ਦੇਗਾਂ ਵਿੱਚ ਬਹਿ ਕੇ ਕੌਮ ਤੋਂ ਆਪਣੀਆਂ ਜਾਨਾਂ, ਪੰਥ ਤੋਂ ਜਾਨਾਂ ਨਿਸ਼ਾਵਰ ਕਰਨ ਵਾਲੇ। ਅਸੀਂ ਕਿੱਡੇ ਪਿਆਰ ਦੇ ਨਾਲ ਇੱਕ ਸ਼ਬਦ ਵਰਤਦੇ ਹਾਂ ਭਾਈ। ਇਹ ਬੜਾ ਪਿਆਰਾ ਸ਼ਬਦ ਹੈ, ਇਹ ਬਰਾਬਰਤਾ ਦਾ ਪ੍ਰਤੀਕ ਹੈ, ਇਹ ਹਉਮੈ ਦਾ ਪ੍ਰਤੀਕ ਨਹੀਂ ਹੈ ਸ਼ਬਦ। ਤੇ ਸਾਧ ਸੰਗਤ, ਜਦੋਂ ਗੁਰੂ ਸਾਹਿਬ ਬਾਣੀ 'ਚ ਸਮਝਾਉਂਦੇ ਨੇ, ਕਿਤੇ ਮੀਤ ਸ਼ਬਦ ਵਰਤਦੇ ਨੇ, ਮੀਤ ਦਾ ਅਰਥ ਹੈ ਮਿੱਤਰ, ਕਿਤੇ ਸੱਜਣ ਸ਼ਬਦ ਵਰਤਦੇ ਨੇ, ਸੱਜਣ ਦਾ ਅਰਥ ਹੈ ਮੇਰਾ ਦੋਸਤ, ਤੇ ਕਿਤੇ ਮਹਾਰਾਜ ਭਾਈ ਸ਼ਬਦ ਵਰਤਦੇ ਵੀ ਮੇਰੇ ਭਰਾਵਾ ਸੁਣ। ਕਿੱਡੇ ਪਿਆਰ ਨਾਲ ਮਹਾਰਾਜ ਬਚਨ ਕਹਿ ਰਹੇ ਨੇ। ਕੀ ਕਹਿੰਦੇ ਨੇ? ਭਾਈ ਰੇ, ਹੇ ਮੇਰੇ ਭਾਈ, ਜਗ ਦੁਖੀਆ ਦੂਜੈ ਭਾਏ। ਕਹਿੰਦੇ ਸੰਸਾਰ ਦੁਖੀ ਪਤਾ ਕਿਉਂ ਹੈ? ਇਹ ਦੁਬਿਧਾ ਦਾ ਸ਼ਿਕਾਰ ਹੋ ਗਿਆ। ਦੂਜੇ ਭਾਈ ਦਾ ਅਰਥ ਹੁੰਦਾ ਹੈ ਦੁਬਿਧਾ ਵਿੱਚ ਪੈ ਜਾਣਾ। ਇੱਕ ਕੀ ਹੈ? ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਤੇ ਨਾਮ ਤੋਂ ਜਦੋਂ ਸਾਨੂੰ ਕੋਈ ਚੀਜ਼ ਵਧੇਕ ਪਿਆਰੇ ਲੱਗਣ ਲੱਗ ਪੈਂਦੀ ਹੈ ਨਾ, ਵੀ ਜ਼ਿਆਦਾ ਪਿਆਰੀ ਲੱਗਣ ਲੱਗ ਪੈਂਦੀ ਹੈ, ਉੱਥੇ ਜਾ ਕੇ ਉਹ ਮਾਇਆ ਦੇ ਰੂਪ ਵਿੱਚ ਬਦਲ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਦੂਜੇ ਭਉ ਨੂੰ ਛੱਡ ਕੇ, ਦੁਬਿਧਾ ਨੂੰ ਛੱਡ ਕੇ ਸੱਚੇ ਗੁਰੂ ਨਾਲ ਜੁੜ। ਬਾਣੀ 'ਚ ਬੜਾ ਪਿਆਰਾ ਬਚਨ ਹੈ। ਮਹਾਰਾਜ ਇਸ ਦੂਜੇ ਭਾਏ ਦੀ ਗੱਲ ਕਰਦਿਆਂ, ਦੁਬਿਧਾ ਦੀ ਗੱਲ ਕਰਦਿਆਂ ਬਾਣੀ ਵਿੱਚ ਕਹਿੰਦੇ ਨੇ, ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ 부ਝਾਈ। ਕਹਿੰਦੇ ਯਾਦ ਰੱਖੀ, ਜਦੋਂ ਇੱਕ ਨੂੰ ਵਿਸਾਰ ਕੇ ਤੂੰ ਦੁਬਿਧਾ 'ਚ ਪੈ ਜਾਏਗਾ ਨਾ, ਤੇ ਤੇਰੀ ਤ੍ਰਿਸ਼ਨਾ ਜਿਹੜੀ ਇਹ ਘਟਣੀ ਨਹੀਂ ਆ। ਤੇਰੀ ਜਿਹੜੀ ਤ੍ਰਿਸ਼ਨਾ ਹੈ ਇਹ ਵੱਧਦੀ ਜਾਣੀ। ਇਹ ਤ੍ਰਿਸ਼ਨਾ ਤਾਂ ਘਟ ਸਕਦੀ ਹੈ, ਇਹਦੇ ਤੇ ਕੰਟਰੋਲ ਤਾਂ ਹੋ ਸਕਦਾ ਹੈ, ਜੀਵਨ 'ਚ ਸੰਜਮ ਸੰਤੋਖ ਤਾਂ ਆ ਸਕਦਾ ਹੈ ਜੇ ਅਸੀਂ ਨਾਮ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ। ਤੇ ਦੁਬਿਧਾ 'ਚ ਪੈ ਕੇ ਬੰਦਾ ਫਿਰ ਇੱਕ ਅਕਾਲ ਪੁਰਖ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਹੋਰ ਆਸਰੇ ਭਾਲਦਾ ਫਿਰਦਾ ਹੈ। ਮੜੀਆਂ ਮਸਾਣਾਂ ਦਾ ਆਸਰਾ, ਬੰਦਿਆਂ ਦਾ ਆਸਰਾ ਸਰੀਰ ਕਿਸੇ ਨੂੰ ਕੀ ਦੇ ਸਕਦਾ ਹੈ? ਕਿਉਂਕਿ ਬਾਣੀ ਦਾ ਬਚਨ ਹੈ ਵੀ ਸ਼ਬਦ ਦੇ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋਣਾ ਹੈ। ਤੇ ਜੇ ਸ਼ਬਦ ਦਾ ਆਸਰਾ ਛੱਡ ਕੇ ਕੋਈ ਸਰੀਰ ਨੂੰ ਗੁਰੂ ਬਣਾ ਲਵੇ, ਤੇ ਯਾਦ ਰੱਖਣਾ ਸਾਧ ਸੰਗਤ, ਸਰੀਰ ਬਿਨਸਨਾਰ ਹੈ, ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ। ਜਿਹੜੇ ਮਨੁੱਖ ਸ਼ਬਦ ਨੂੰ ਗੁਰੂ ਮੰਨਦੇ ਆ ਨਾ, ਉਹਨਾਂ ਦੀਆਂ ਜਿਹੜੀਆਂ ਗੁਜ਼ਰ ਚੁੱਕੀਆਂ ਪੀੜ੍ਹੀਆਂ ਨੇ ਉਹ ਵੀ ਸ਼ਬਦ ਨੂੰ ਗੁਰੂ ਮੰਨਦੀਆਂ। ਆਪਾਂ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਬੱਚੇ ਨੇ, ਜਦੋਂ ਉਹ ਵੀ ਸ਼ਬਦ ਨੂੰ ਗੁਰੂ ਮੰਨਣਗੇ, ਤੇ ਕੋਈ ਸਾਨੂੰ ਪੁੱਛ ਲਵੇ, ਅਸੀਂ ਕਵਾਂਗੇ ਸਾਡਾ ਗੁਰੂ ਸ਼ਬਦ ਹੈ, ਬਾਣੀ ਹੈ। ਸਾਡੇ ਬੱਚਿਆਂ ਨੂੰ ਪੁੱਛੇਗਾ, ਉਹ ਵੀ ਬਾਣੀ ਨਾਲ ਜੁੜੇ ਹੋਣਗੇ, ਉਹ ਵੀ ਕਹਿਣਗੇ ਗੁਰੂ ਸਾਡਾ ਮੌਜੂਦ ਹੈ, ਕਿਉਂਕਿ ਗੁਰੂ ਸਰੀਰ ਥੋੜੀ, ਗੁਰੂ ਤੇ ਸ਼ਬਦ ਹੈ। ਤੇ ਗੁਜ਼ਰ ਚੁੱਕੀਆਂ ਜਿਹੜੀਆਂ ਪੀੜ੍ਹੀਆਂ, ਜਦੋਂ ਕੋਈ ਉਹਨਾਂ ਨੂੰ ਪੁੱਛਦਾ ਹੋਵੇਗਾ, ਤੇ ਆਪਣੇ ਬਜ਼ੁਰਗ ਵੀ ਮਾਣ ਨਾਲ ਕਹਿੰਦੇ ਹੋਣਗੇ ਗੁਰੂ ਸਾਡਾ ਹਾਜ਼ਰ ਨਾਜ਼ਰ ਹੈ, ਗੁਰੂ ਸ਼ਬਦ ਹੈ। ਪਰ ਜਦੋਂ ਬੰਦਾ ਇੱਕ ਨੂੰ ਛੱਡ ਕੇ, ਬਾਣੀ ਨੂੰ, ਸ਼ਬਦ ਨੂੰ ਛੱਡ ਕੇ ਦੂਜੇ ਭਾਏ ਵਿੱਚ, ਦੁਬਿਧਾ ਵਿੱਚ ਪੈ ਜਾਂਦਾ ਹੈ ਨਾ, ਤੇ ਸਾਧ ਸੰਗਤ ਜੀ, ਉਦੋਂ ਫਿਰ ਤਰ੍ਹਾਂ ਤਰ੍ਹਾਂ ਦੇ ਉਹ ਗੁਰੂ ਬਣਾ ਲੈਂਦਾ ਹੈ ਸੰਸਾਰ ਤੇ। ਫਿਰ ਉਹ ਇਹ ਨਹੀਂ ਕਹਿ ਸਕਦਾ ਵੀ ਮੇਰਾ ਗੁਰੂ ਮੇਰੇ ਨਾਲ ਹੈ, ਕਿਉਂਕਿ ਉਹਦੇ ਦਾਦੇ ਦਾ ਕੋਈ ਹੋਰ, ਉਹਦਾ ਹੋਰ, ਤੇ ਉਹਦੇ ਬੱਚਿਆਂ ਦਾ ਗੁਰੂ ਕੋਈ ਹੋਰ ਹੋਵੇਗਾ। ਸਰੀਰ ਦੀ ਕਿਹੜੀ ਬੁਨਿਆਦ ਹੈ? ਸਰੀਰ ਤੇ ਬਿਨਸਨਾਰ ਹੈ ਨਾ। ਯਾਦ ਰੱਖਣਾ ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜ਼ਿੰਦਗੀ 'ਚ ਇੱਕ ਸਮਾਂ ਉਹ ਵੀ ਆਇਆ ਸੀ ਜਦੋਂ ਮਹਾਰਾਜ ਨੇ ਆਪਣੇ ਆਪ ਨੂੰ ਮੱਥਾ ਨਹੀਂ ਟਿਕਾਇਆ ਕਰਤਾਰਪੁਰ ਸਾਹਿਬ। ਸਤਿਗੁਰੂ ਜੀ ਆਪਣੇ ਤਖਤ ਤੇ ਬੈਠੇ, ਭਾਈ ਲਹਿਣਾ ਜੀ ਨੂੰ ਅੰਗਦ ਬਣਾਇਆ, ਆਪਣੇ ਅੰਗ ਨਾਲ ਲਾ ਕੇ ਗੁਰੂ ਬਣਾ ਲਿਆ, ਤੇ ਆਪਣੀ ਜਗ੍ਹਾ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਨਿਯੁਕਤ ਕਰ ਦਿੱਤਾ।
ਤੇ ਉਦੋਂ ਮਹਾਰਾਜ ਨੇ ਕਿਹਾ ਸੀ ਵੀ ਅੱਜ ਤੋਂ ਬਾਅਦ ਹੁਣ ਜਿਹੜੀ ਨਮਸਕਾਰ ਹੈ ਇਹ ਗੁਰੂ ਅੰਗਦ ਸਾਹਿਬ ਜੀ ਨੂੰ ਕਰਨੀ। ਇੱਕ ਸਮੇਂ ਤੇ ਦੋ ਗੁਰੂ ਨਹੀਂ ਹੋ ਸਕਦੇ। ਸਤਿਗੁਰੂ ਮਹਾਰਾਜ ਨੇ ਏਡੀ ਵੱਡੀ ਮਹਾਨਤਾ ਦਿੱਤੀ ਗੁਰੂ ਦੀ। ਤੇ ਸਾਧ ਸੰਗਤ, ਹੁਣ ਜਿਹੜਾ ਮਨੁੱਖ ਸ਼ਬਦ ਨੂੰ ਗੁਰੂ ਮੰਨੇ ਉਹ ਦਾਅਵੇ ਨਾ ਕਹਿ ਸਕਦਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਦੇਸ਼ ਵਿੱਚ ਹੋਵੇ ਵਿਦੇਸ਼ ਵਿੱਚ ਹੋਵੇ, ਉਹ ਜਦੋਂ ਬਾਣੀ ਪੜ੍ਹੇਗਾ ਸ਼ਬਦ ਦਾ ਆਸਰਾ ਲਵੇਗਾ। ਉਹਨੂੰ ਪਤਾ ਹੈ ਵੀ ਜਿਹੜੀ ਬਾਣੀ ਪੜ੍ਹ ਰਿਹਾ ਮੈਂ, ਜਿਹੜਾ ਗੁਰੂ ਗੁਰੂ ਕਰ ਰਿਹਾ, ਗੁਰੂ ਮੇਰੇ ਨਾਲ ਹੈ। ਪਰ ਜਿਹੜੇ ਸਰੀਰ ਨੂੰ ਗੁਰੂ ਮੰਨਦੇ ਨੇ ਦੂਜੇ ਭਾਏ ਦੁਬਿਧਾ ਵਿੱਚ ਪੈ ਜਾਂਦੇ ਨੇ। ਸਾਧ ਸੰਗਤ ਜੀ, ਉਹ ਇਹ ਨਹੀਂ ਕਹਿ ਸਕਦੇ ਵੀ ਮੇਰਾ ਗੁਰੂ ਮੇਰੇ ਨਾਲ ਹੈ, ਕਿਉਂਕਿ ਉਹਦੇ ਦਿੱਤੇ ਸ਼ਬਦ ਤਾਂ ਨਾਲ ਹੋ ਸਕਦੇ ਆ ਪਰ ਸਰੀਰ ਥੋੜੀ ਨਾਲ ਹੋ ਸਕਦਾ। ਤੇ ਜਿਹੜਾ ਸ਼ਬਦ ਹੈ ਉਹ ਵੀ ਗੁਰੂ ਦਾ ਹੈ, ਉਹਦੇ ਰਾਹੀਂ ਆ ਰਿਹਾ ਹੈ। ਉਹ ਕੋਈ ਗੁਰਮੁਖ ਹੋ ਸਕਦਾ ਹੈ, ਗੁਰੂ ਦਾ ਪਿਆਰਾ ਹੋ ਸਕਦਾ ਹੈ, ਗਿਆਨੀ ਹੋ ਸਕਦਾ ਹੈ, ਪਰ ਉਹ ਗੁਰੂ ਨਹੀਂ ਹੋ ਸਕਦਾ। ਤਾਂ ਹੀ ਤੇ ਮਹਾਰਾਜ ਨੇ ਕਿਹਾ ਆਪਾਂ ਗੁਰੂ ਉਹਨੂੰ ਮੰਨਣਾ ਜਿਹੜਾ ਸਦਾ ਵਾਸਤੇ ਕਾਇਮ ਹੈ। ਬਾਣੀ 'ਚ ਬੜਾ ਪਿਆਰਾ ਬਚਨ ਹੈ ਮਹਾਰਾਜ ਦਾ। ਸਾਹਿਬ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ, ਸਾਡਾ ਗੁਰੂ ਸਦਾ ਲਈ ਕਾਇਮ ਹੈ। ਤੇ ਜੁਗੋ ਜੁਗ ਅਟਲ ਸ਼ਬਦ ਦੁਨੀਆ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਵਰਤਿਆ ਜਾਂਦਾ ਹੈ। ਕਿਉਂਕਿ ਵੇਖੋ ਆਪਾਂ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾਂਦਾ ਹੈ। ਹੁਣ ਅਸੀਂ ਸੰਪੂਰਨਤਾ ਦਿਵਸ ਵੀ ਮਨਾਉਣਾ ਸ਼ੁਰੂ ਕੀਤਾ ਹੈ। ਪਰ ਉਹ ਦਿਨ ਕਦੇ ਨਹੀਂ ਆਵੇਗਾ ਵੀ ਜਦੋਂ ਕੋਈ ਇਹ ਕਹੇਗਾ ਅਸੀਂ ਜੋਤੀ ਜੋਤ ਦਿਹਾੜਾ ਮਨਾ ਰਹੇ, ਕਿਉਂਕਿ ਇਹ ਗੁਰੂ ਜੁਗੋ ਜੁਗ ਅਟਲ ਹੈ। ਤੇ ਇਸ ਗੁਰੂ ਦੇ ਨਾਲ ਜੁੜ ਕੇ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆ ਸਕਦਾ ਹੈ। ਮਹਾਰਾਜ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਨਾ ਜੰਮਦਾ ਹੈ ਤੇ ਨਾ ਮਰਦਾ ਹੈ। ਉਹ ਅਬਿਨਾਸ਼ੀ ਪੁਰਖ ਹੈ, ਕਦੇ ਨਾਸ਼ ਨਹੀਂ ਹੋਣਾ ਸ਼ਬਦ ਨੇ। ਸਭ ਮੈਂ ਰਿਹਾ ਸਮਾਏ। ਤੇ ਕਹਿੰਦੇ ਵੱਡੀ ਕੁਆਲਿਟੀ ਤੇ ਵੱਡਾ ਗੁਣ ਹੈ ਇਸ ਗੁਰੂ ਦੇ ਅੰਦਰ ਕਿ ਇਹ ਹਰ ਇੱਕ ਦੇ ਅੰਦਰ ਹੀ ਸਮਾ ਸਕਣ ਦੀ ਸਮਰੱਥਾ ਰੱਖਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟਲ ਤੇ ਹਾਜ਼ਰ ਨਾਜ਼ਰ ਗੁਰੂ ਸ਼ਬਦ ਗੁਰੂ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਸ਼ਬਦ ਨਾਲੋਂ ਟੁੱਟ ਗਿਆ ਤੇ ਉਹਦੇ ਵਾਸਤੇ ਫਿਰ ਬਚਨ ਵਰਤੇ। ਮਹਾਰਾਜ ਕਹਿੰਦੇ ਨੇ ਭਾਈ ਰੇ ਜਗ ਦੁਖੀਆ ਦੂਜੈ ਭਾਏ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਗੁਰ ਸ਼ਰਨਾਈ ਸੁਖ ਲਹੇ। ਗੁਰੂ ਦੀ ਸ਼ਰਨ ਵਿੱਚ ਆ ਕੇ ਸੁੱਖ ਮਿਲ ਸਕਦਾ ਹੈ। ਤੇ ਅੱਗੇ ਮਹਾਰਾਜ ਨੇ ਬਚਨ ਕੀਤੇ ਅੰਨ ਦਿਨ ਨਾਮ ਧਿਆਏ। ਤੇ ਇਸ ਗੁਰੂ ਨਾਲ ਜੁੜ ਕੇ ਰਾਤ ਦਿਨ ਹਰ ਵੇਲੇ ਨਾਮ ਨੂੰ ਧਿਆਉਣਾ, ਇਹ ਕਰੀਏ ਸਾਧ ਸੰਗਤ। ਹੁਣ ਵੇਖੋ ਦੂਜਾ ਭਾਉ ਕੀ ਹੈ। ਅੱਜ ਸਾਡੇ ਸੰਸਾਰ ਦੇ ਅੰਦਰ, ਇਸ ਜ਼ਿੰਦਗੀ ਦੇ ਅੰਦਰ ਜਦੋਂ ਆਪਾਂ ਨਿਗਾਹ ਮਾਰ ਕੇ ਵੇਖਦੇ ਹਾਂ ਨਾ, ਤੇ ਯਾਦ ਰੱਖਣਾ ਸਾਧ ਸੰਗਤ, ਇੱਕ ਨੂੰ ਛੱਡ ਕੇ ਬੰਦਾ ਦੂਜੇ ਭਾਉ ਦੇ ਅੰਦਰ ਬਹੁਤ ਥਾਈਂ ਖੁਆਰ ਹੋਇਆ ਫਿਰਦਾ ਹੈ। ਤੀਰਥਾਂ ਤੇ ਚਲੇ ਗਏ, ਇਹ ਵੀ ਦੂਜੇ ਭਾਉ 'ਚ ਆ ਜਾਣਾ ਹੈ। ਵਰਤ ਰੱਖ ਲਏ, ਇਹ ਵੀ ਦੂਜੇ ਭਾਉ 'ਚ ਆ ਜਾਣਾ ਹੈ ਵੀ ਇੱਕ ਨੂੰ ਛੱਡ ਕੇ ਦੁਬਿਧਾ 'ਚ ਪੈ ਗਏ। ਹੁਣ ਜੇਕਰ ਘਰ ਦੇ ਅੰਦਰ ਕੋਈ ਖੁਸ਼ੀ ਦਾ, ਕੋਈ ਗਮੀ ਦਾ ਸਮਾਗਮ ਆਇਆ, ਸਿੱਖ ਰਹਿਤ ਮਰਜ਼ਾਦਾ ਨੂੰ ਭੁੱਲ ਗਏ, ਵਹਿਮਾਂ ਭਰਮਾਂ 'ਚ ਕਰਮ ਕਾਂਡਾਂ ਪਖੰਡਾਂ 'ਚ ਫਸ ਗਏ, ਇਹ ਸਭ ਦੂਜਾ ਭਾਉ ਹੈ। ਮਹਾਰਾਜ ਕਹਿੰਦੇ ਜ਼ਿੰਦਗੀ 'ਚੋਂ ਸਭ ਦੂਜਾ ਭਾਉ ਖਤਮ ਹੋ ਜਾਂਦਾ ਹੈ। ਇਹ ਖੁਆਰੀ ਜਿਹੜੀ ਬੰਦੇ ਦੀ ਜਗ੍ਹਾ ਜਗ੍ਹਾ ਤੇ ਹੁੰਦੀ ਹੈ, ਉਦੋਂ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਇੱਕ ਨਾਲ ਜੁੜ ਜਾਂਦੇ ਹਾਂ, ਇੱਕ ਸ਼ਬਦ ਨਾਲ ਸਾਂਝ ਪਾ ਲੈਂਦੇ ਹਾਂ। ਤੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਿੱਖ ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ ਜਿੱਥੋਂ ਪਤਾ ਲੱਗਦਾ ਹੈ ਵੀ ਦੂਜੇ ਭਾਉ ਤੋਂ ਜਦੋਂ ਇੱਕ ਦੇ ਨਾਲ ਆ ਕੇ ਸਾਡੇ ਉਹ ਪਰਉਪਕਾਰੀ ਰੂਹਾਂ ਜੁੜੀਆਂ ਤੇ ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਤਕਦੀਰ ਬਦਲ ਗਈ। ਪੰਜਾਬ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਇੱਕ ਫਿਰਕਾ ਸਖੀ ਸਰਵਰੀਆਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਚੰਡ ਹੋਇਆ ਸੀ। ਸਮਾਂ ਆਇਆ, ਲੋਕਾਂ ਨੇ ਉਹਨਾਂ ਦੀਆਂ ਕਬਰਾਂ ਬਣਾ ਕੇ, ਮੜੀਆਂ ਮਸਾਣਾ ਬਣਾ ਕੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ। ਹੌਲੀ ਹੌਲੀ ਬਾਣੀ ਦੀ ਸਮਝ ਪਈ ਵੀ ਇਹ ਤੇ ਸਭ ਕੁਝ ਦੂਜਾ ਭਾਉ ਹੈ, ਇਹ ਤੇ ਪਰਮੇਸ਼ਰ ਨਾਲੋਂ ਟੁੱਟਣ ਵਾਲੀ ਗੱਲ ਹੈ, ਗੁਰੂ ਸ਼ਬਦ ਨਾਲੋਂ ਟੁੱਟਣ ਵਾਲੀ ਗੱਲ ਹੈ। ਲੋਕਾਂ 'ਚ ਚੇਤਨਤਾ ਆਈ ਤੇ ਹੌਲੀ ਹੌਲੀ ਜਿਹੜਾ ਸਾਡਾ ਸੰਸਾਰ ਹੈ ਉਹ ਇਹਨਾਂ ਚੀਜ਼ਾਂ ਨੂੰ ਛੱਡ ਕੇ ਗੁਰੂ ਦੀ ਬਾਣੀ ਨਾਲ ਜੁੜਨਾ ਸ਼ੁਰੂ ਹੋਇਆ। ਕੋਈ ਸਮਾਂ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਰਮ ਸਿੱਖ ਭਾਈ ਮੰਝ, ਉਹ ਵੀ ਸਾਧ ਸੰਗਤ ਇਸੇ ਤਰੀਕੇ ਨਾਲ ਸਖੀ ਸਰਵਰੀਆਂ ਦੀ ਪੂਜਾ ਵਿੱਚ ਵਿਅਸਤ ਸੀ। ਉਹ ਸਾਲ ਦੇ ਵਿੱਚ 2 ਵਾਰ ਨਗਾਏ ਜਾ ਕੇ ਜਥਾ ਲੈ ਕੇ ਜਾਂਦਾ ਹੁੰਦਾ ਸੀ। ਨਗਾਇਆ ਪਿੰਡ
ਅੱਜ ਕੱਲ ਇਹ ਡੇਰਾ ਗਾਜੀ ਖਾਂ ਜ਼ਿਲ੍ਹੇ ਦੇ ਅੰਦਰ ਪਿੰਡ ਹੈ, ਪਾਕਿਸਤਾਨ ਦੀ ਧਰਤੀ ਤੇ ਇਹਨੇ ਵੱਡੇ ਵੱਡੇ ਜਥੇ ਲੈ ਕੇ ਜਾਣਾ ਤੇ ਅਜੇ ਤੱਕ ਮਨ ਨੂੰ ਕੋਈ ਸੰਤੁਸ਼ਟੀ ਨਹੀਂ। ਇਹਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਸੁਣੀ ਤੇ ਨਗਾਏ ਜਾਂਦਿਆਂ ਜਾਂਦਿਆਂ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਠਹਿਰਿਆ। ਜਦੋਂ ਉੱਥੇ ਹੁਣ ਗੁਰੂ ਘਰ ਦੀ ਮਰਜ਼ਾਦਾ ਵੇਖੀ, ਗੁਰੂ ਘਰ ਦਾ ਸਿਧਾਂਤ ਵੇਖਿਆ, ਕਿਵੇਂ ਸਿੱਖਾਂ ਦੇ ਜੀਵਨ 'ਚ ਸੰਤੋਖ ਹੈ, ਸਬਰ ਹੈ, ਸਹਿਜ ਹੈ, ਔਰ ਉਹ ਆਪਣੇ ਹੱਥੀਂ ਸੇਵਾ ਕਰ ਰਹੇ ਨੇ। ਕੋਈ ਬਾਣੀ ਪੜ੍ਹ ਰਿਹਾ ਹੈ, ਕੋਈ ਲੰਗਰ ਵਰਤਾ ਰਿਹਾ ਹੈ, ਕੋਈ ਲੰਗਰ ਤਿਆਰ ਕਰ ਰਿਹਾ ਹੈ। ਤੇ ਇਸ ਘਰ ਦੀ ਮਰਜ਼ਾਦਾ ਵੈਸੇ ਵੀ ਸੰਸਾਰ ਦੇ ਉੱਤੇ ਬਹੁਤ ਵਿਲੱਖਣ ਹੈ, ਵੱਖਰੀ ਹੈ। ਤੇ ਸਾਧ ਸੰਗਤ ਜੀ, ਇੱਥੇ ਜਦੋਂ ਟਿਕਿਆ ਤੇ ਇਹਨੇ ਸਿੱਖਾਂ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ, ਜਿਹੜਾ ਗੁਰੂ ਤੁਹਾਨੂੰ ਐਡੀ ਪਿਆਰੀ ਸਿੱਖਿਆ ਦਿੰਦਾ ਹੈ। ਸਾਡੇ ਇਤਿਹਾਸ ਵਿੱਚ ਲਿਖਿਆ ਵੀ ਉਸ ਵੇਲੇ ਕਾਬਲ ਤੋਂ ਸੰਗਤ ਆਈ ਹੋਈ ਸੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਕਰ ਰਹੇ ਸਨ। ਵੇਖੋ ਕਮਾਲ, ਏਡਾ ਵੱਡਾ ਮਹਾਨ ਸਤਿਗੁਰੂ, ਜਿਸ ਗੁਰੂ ਬਾਰੇ ਬਾਣੀ ਵਿੱਚ ਬਚਨ ਲਿਖਿਆ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਾਰ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਜਿਹੜਾ ਪ੍ਰਤੱਖ ਹਰੀ ਦਾ ਰੂਪ ਹੈ, ਉਸ ਸਤਿਗੁਰੂ ਨੂੰ ਜਦ ਨਿਰਮਾਣਤਾ ਵਿੱਚ, ਨਿਮਰਤਾ ਵਿੱਚ ਸੇਵਾ ਕਰਦਿਆਂ ਵੇਖਿਆ ਨਾ, ਭਾਈ ਮੱਝ ਦੀਆਂ ਅੱਖਾਂ 'ਚ ਵੀ ਇੱਕ ਵਾਰ ਅਥਰੂ ਆ ਗਏ ਵੀ ਏਡਾ ਵੱਡਾ ਮਹਾਨ ਸਤਿਗੁਰੂ ਜਿਹਦੇ ਇੱਕ ਇਸ਼ਾਰੇ ਤੇ ਸਿੱਖ ਜਾਨ ਦੇਣ ਲਈ ਤਿਆਰ ਹੋ ਜਾਂਦੇ ਨੇ, ਔਰ ਉਹ ਕਿਸ ਤਰੀਕੇ ਨਾਲ ਨਿਰਮਾਣਤਾ 'ਚ ਰਹਿ ਕੇ ਸੇਵਾ ਕਰ ਰਿਹਾ। ਇੰਨਾ ਪ੍ਰਭਾਵਿਤ ਹੋਇਆ ਕਿ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਇੱਕ ਬਚਨ ਕਹਿੰਦੇ ਨੇ, ਸਾਡੇ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਮੰਝ ਭਾਂਡੇ ਤੇ ਭਾਂਡਾ ਤਾਂ ਟਿਕ ਸਕਦਾ ਹੈ, ਪਰ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਤੂੰ ਤੇ ਪਹਿਲਾਂ ਹੀ ਇੱਕ ਨੂੰ ਛੱਡ ਕੇ, ਇੱਕ ਨਾਮ ਨੂੰ, ਵਾਹਿਗੁਰੂ ਨੂੰ, ਬਾਣੀ ਨੂੰ ਛੱਡ ਕੇ ਤੇ ਦੂਜੇ ਭਾਵ ਵਿੱਚ ਫਸਿਆ ਫਿਰਦਾ ਹੈ, ਦੂਸਰਿਆਂ ਤੇ ਆਸਰਾ ਰੱਖੀ ਫਿਰਦਾ ਹੈ। ਇਸ ਕਰਕੇ ਸਾਡੇ ਘਰ ਦਾ ਸਿਧਾਂਤ ਹੈ ਵੀ ਬੰਦਾ ਦੋ ਬੇੜੀਆਂ 'ਚ ਪੈਰ ਰੱਖ ਕੇ ਸਵਾਰ ਨਹੀਂ ਹੋ ਸਕਦਾ। ਸਾਧ ਸੰਗਤ ਤੋਂ ਗੱਲ ਸਮਝ ਗਿਆ। ਜਿਹੜੀ ਉਹਦੇ ਘਰ ਵਿੱਚ ਬਣੀ ਸੀ ਉਹ ਵੀ ਢਾਈ ਕਬਰ, ਤੇ ਜਿਹੜੀ ਅੰਦਰ ਬਣੀ ਸੀ ਉਹ ਵੀ ਢਾ ਦਿੱਤੀ। ਅੱਜ ਅਸੀਂ ਪੰਜਾਬ ਦੀ ਧਰਤੀ ਤੇ ਜਦੋਂ ਕਬਰਾਂ ਵੱਲ ਨਿਗਾਹ ਮਾਰ ਕੇ ਵੇਖਦੇ ਹਾਂ, ਬਾਹਰੋਂ ਤੇ ਕਈ ਵਾਰ ਲੋਕ ਜ਼ਬਰਦਸਤੀ ਆ ਕੇ ਢਾ ਜਾਂਦੇ ਆ ਸਤਿਕਾਰ ਦੇ ਨਾਂ ਤੇ, ਪਰ ਜਿਹੜੀ ਸਾਡੇ ਲੋਕਾਂ ਦੇ ਮਨਾਂ 'ਚ ਬਣੀ ਹੋਈ ਆ ਨਾ ਸਾਧ ਸੰਗਤ, ਉਸ ਦੁਬਦਾ ਨੂੰ ਕੋਈ ਬੰਦਾ ਸੰਸਾਰ ਤੇ ਕੱਢਣ ਲਈ ਤਿਆਰ ਨਹੀਂ ਹੈ। ਉਹ ਤਾਂ ਨਿਕਲਣੀਆਂ ਜਦੋਂ ਇੱਥੇ ਭਰੋਸਾ ਬਣੇਗਾ ਸ਼ਬਦ ਤੇ, ਜਦੋਂ ਬਾਣੀ ਤੇ ਭਰੋਸਾ ਬਣੇਗਾ ਕਿ ਮੈਂ ਇੱਜ਼ਤ ਲੈਣੀ ਆ ਤੇ ਉਹ ਵੀ ਇਸ ਘਰ 'ਚੋਂ ਮਿਲਣੀ, ਧੀਆਂ ਪੁੱਤਰਾਂ ਦੀ ਪ੍ਰਾਪਤੀ ਹੋਣੀ ਆ ਤੇ ਉਹ ਵੀ ਇਸ ਘਰ 'ਚੋਂ ਮਿਲਣੀ, ਧਨ ਦੌਲਤ ਦੀ ਪ੍ਰਾਪਤੀ ਹੋਣੀ ਆ ਤੇ ਉਹ ਵੀ ਇਸ ਘਰ 'ਚੋਂ ਹੀ ਮਿਲਣੀ ਹੈ। ਤੇ ਜੇ ਜ਼ਿੰਦਗੀ 'ਚ ਦੁੱਖ ਆ ਗਏ ਤੇ ਦੁੱਖ ਕੱਟਣੇ ਵੀ ਇਸ ਘਰ ਨਹੀਂ ਆ। ਰਾਤ ਦਿਨ ਤੇ ਆਪਾਂ ਪੜ੍ਹਦੇ ਹਾਂ, ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਇਸ ਕਰਕੇ ਸਾਧ ਸੰਗਤ ਜਦੋਂ ਮਹਾਰਾਜ ਨੇ ਬਚਨ ਕੀਤੇ, ਇਤਿਹਾਸ ਕਹਿੰਦਾ ਉਹਦੇ ਤੋਂ ਬਾਅਦ ਫਿਰ ਉਹ ਇਸ ਗੱਲ ਨੂੰ ਸਮਝਿਆ ਤੇ ਉਹਨੇ ਉਸ ਦੂਜੇ ਭਾਉ ਨੂੰ ਛੱਡ ਕੇ ਇੱਕ ਨਾਲ ਆਪਣਾ ਪਿਆਰ ਬਣਾਇਆ, ਇੱਕ ਨਾਲ ਸਾਂਝ ਪਾਈ। ਕਈ ਮੁਸ਼ੱਕਤਾਂ ਦਾ ਸਾਹਮਣਾ ਕਰਨਾ ਪਿਆ ਉਹਨੂੰ, ਕਿਉਂਕਿ ਮਨਮਤ ਤੋਂ ਜਦੋਂ ਬੰਦਾ ਗੁਰਮਤ ਵੱਲ ਆਉਂਦਾ ਹੈ ਨਾ, ਤੇ ਕਈ ਵਾਰ ਸੰਸਾਰ ਬਹੁਤ ਕੁਝ ਕਹਿੰਦਾ ਹੈ, ਪਰ ਸਿੱਖ ਉਹ ਹੈ ਜਿਹੜਾ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਇਹ ਕਵੇ ਕਿ ਮੈਂ ਅੱਜ ਤੋਂ ਬਾਅਦ ਇਹ ਸਾਰਾ ਦੂਜਾ ਭਾਉ ਜਿਹੜਾ ਹੈ ਇਹਨੂੰ ਵਿਸਾਰ ਕੇ, ਇਹਨੂੰ ਪਾਸੇ ਕਰਕੇ ਤੇ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨਾਲ ਹੀ ਸਾਂਝ ਪਾਉਣੀ ਹੈ, ਤੇ ਨਾਮ ਦੇ ਵਿੱਚੋਂ ਹੀ ਸਾਰੀਆਂ ਪ੍ਰਾਪਤੀਆਂ ਹੋਣੀਆਂ ਨੇ। ਤੇ ਜਦੋਂ ਨਾਮ ਨਾਲ ਜੁੜ ਗਏ ਫਿਰ ਪਤਾ ਲੱਗ ਜਾਵੇਗਾ ਵੀ ਆਹ ਦੁਨੀਆ ਜਿਹੜੇ ਵਰਤ ਰੱਖਦੀ ਫਿਰਦੀ ਹੈ ਤੇ ਝੂਠੇ ਹਨ। ਫਿਰ ਸਮਝ ਪੈ ਜਾਵੇਗੀ ਸੱਚ ਵਰਤ ਸੰਤੋਖ ਤੀਰਥ, ਕਿ ਵਰਤ ਰੱਖਣਾ ਵਾ, ਪਰ ਇਹ ਰੱਖਣਾ ਵੀ ਅੱਜ ਤੋਂ ਬਾਅਦ ਮੈਂ ਝੂਠ ਨਹੀਂ ਬੋਲਣਾ, ਮੈਂ ਸੱਚਾਈ ਤੇ ਪਹਿਰਾ ਦੇਣਾ। ਸੱਚ ਵਰਤ ਸੰਤੋਖ ਤੀਰਥ, ਤੀਰਥਾਂ ਤੇ ਵੀ ਜਾਣਾ, ਪਰ ਸਭ ਤੋਂ ਵੱਡਾ ਜ਼ਿੰਦਗੀ 'ਚ ਸੰਤੋਖ ਤੀਰਥ ਹੈ। ਜੇ ਸੰਤੋਖ ਨਹੀਂ ਤੇ ਬੰਦਾ ਭਟਕਦਾ ਫਿਰੇ, ਕਿਸੇ ਵੀ ਤੀਰਥ ਤੇ ਚਲਿਆ ਜਾਵੇ। ਪਰ ਸਾਧ ਸੰਗਤ ਜੀ, ਉਹਨਾਂ ਚਿਰ ਤ੍ਰਿਸ਼ਨਾ ਨਹੀਂ ਬੁਝਣੀ ਜਿੰਨਾ ਚਿਰ ਜ਼ਿੰਦਗੀ 'ਚ ਸੰਤੋਖ ਨਹੀਂ ਆਵੇ। ਤੇ ਮਹਾਰਾਜ ਕਹਿੰਦੇ ਗਿਆਨ ਧਿਆਨ ਇਸ਼ਨਾਨ, ਇਸ਼ਨਾਨ ਵੀ ਕਰਨਾ ਵਾ, ਪਰ ਕਿਹੜਾ ਇਸ਼ਨਾਨ? ਬਾਹਰੀ ਇਸ਼ਨਾਨ ਦੇ ਨਾਲ ਨਾਲ ਮੈਂ ਗਿਆਨ ਦੇ ਵਿੱਚ ਵੀ ਚੁੱਭੀ ਲਾਉਣੀ।
ਮੈਂ ਧਿਆਨ ਦੇ ਵਿੱਚ ਵੀ ਚੁੱਭੀ ਲਾਉਣੀ। ਧਿਆਨ ਕੀ ਹੈ? ਅੰਤਰ ਆਤਮਿਕ ਤੌਰ ਤੇ ਕੁਝ ਸਮਾਂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਨਾ, ਮਹਾਰਾਜ ਦੀ ਯਾਦ ਵਿੱਚ ਜੁੜਨਾ, ਬਾਣੀ ਪੜ੍ਹਨੀ। ਤੇ ਗਿਆਨ ਕੀ ਹੈ? ਇਸ ਬਾਣੀ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਅੰਦਰ ਪ੍ਰਕਾਸ਼ ਪੈਦਾ ਕਰ ਲੈਣਾ। ਸਾਧ ਸੰਗਤ, ਫਿਰ ਮਹਾਰਾਜ ਬਾਣੀ ਵਿੱਚ ਕਹਿਣਗੇ ਕਿ ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ ਖਿਮਾ ਜਪ ਮਾਲੀ, ਤੇ ਮਾਨਸ ਪ੍ਰਧਾਨ। ਖਿਮਾ ਦਾ ਅਰਥ ਹੈ ਤਰਸ ਕਰਨਾ, ਦਇਆ ਕਰਨੀ। ਇਹ ਵੱਡਾ ਦੇਵਤਾ ਹੋਵੇਗਾ ਜ਼ਿੰਦਗੀ 'ਚ। ਦੇਵਤੇ ਬਹੁਤ ਨੇ, ਭਾਰਤ ਦੀ ਧਰਤੀ ਤੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ, ਪਰ ਮਹਾਰਾਜ ਕਹਿੰਦੇ ਵੱਡਾ ਦੇਵਤਾ ਹੈ ਜੇ ਤੁਹਾਡੀ ਜ਼ਿੰਦਗੀ 'ਚ ਦਇਆ ਕਰਨੀ ਆ ਗਈ, ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰ ਦਿੱਤੀ। ਔਰ ਸਾਧ ਸੰਗਤ, ਮਦਦ ਕਰਨੀ ਚਾਹੀਦੀ ਹੈ। ਮਹਾਰਾਜ ਕੀ ਕਹਿੰਦੇ? ਕਹਿੰਦੇ ਖਿਮਾ ਦੇਵਤਾ ਦਇਆ ਜਪ ਮਾਲੀ। ਜਪ ਮਾਲੀ ਦਾ ਅਰਥ ਹੈ ਮਾਲਾ। ਉਹ ਮਾਲਾ ਕਿਹੜੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਰਸ ਦੀ। ਦਇਆ ਦੇਵਤਾ ਖਿਮਾ ਜਪ ਮਾਲੀ। ਫੇਰ ਕੀ ਹੋਵੇਗਾ? ਜਦੋਂ ਤਰਸ ਕਰਨਾ ਆ ਗਿਆ, ਜਦੋਂ ਗਿਆਨ ਧਿਆਨ ਇਸ ਗੱਲ ਦੀ ਸਮਝ ਪੈ ਗਈ, ਸੱਚ ਦੀ ਸਮਝ ਪੈ ਗਈ, ਮਹਾਰਾਜ ਕਹਿੰਦੇ ਤੇ ਮਾਨਸ ਪ੍ਰਧਾਨ। ਉਹ ਮਨੁੱਖ ਸੰਸਾਰ ਤੇ ਸ਼੍ਰੋਮਣੀ ਬਣ ਜਾਂਦਾ ਹੈ। ਪ੍ਰਧਾਨ ਦਾ ਅਰਥ ਹੁੰਦਾ ਹੈ ਸ਼੍ਰੋਮਣੀ। ਜਿਹੜਾ ਗੁਰੂ ਦੀ ਬਾਣੀ ਨਾਲ ਜੁੜ ਕੇ ਸੱਚਮੁੱਚ ਹੀ ਉਸ ਅਵਸਥਾ ਤੇ ਪਹੁੰਚ ਗਿਆ, ਜਿਹੜੀ ਅਵਸਥਾ ਬੰਦੇ ਦੇ ਅੰਦਰ ਨੂੰ ਟਿਕਾ ਦਿੰਦੀ ਹੈ। ਫਿਰ ਅੱਗੇ ਮਹਾਰਾਜ ਬੜੇ ਪਿਆਰੇ ਬਚਨ ਕਹਿੰਦੇ ਨੇ। ਸਾਹਿਬ ਕਹਿੰਦੇ ਸਾਚੇ ਮੈਲ ਨਾ ਲੱਗਈ। ਸੱਚ ਨਾਲ ਜੁੜ ਕੇ ਫਿਰ ਵਕਾਰਾਂ ਦੀ ਮੈਲ ਨਹੀਂ ਲੱਗੂਗੀ, ਕਰਮ ਕਾਂਡਾਂ ਦੀ ਮੈਲ ਨਹੀਂ ਲੱਗੂਗੀ, ਬੰਦੇ ਦਾ ਜੀਵਨ ਖੁਆਰ ਨਹੀਂ ਹੋਵੇਗਾ। ਮਨ ਨਿਰਮਲ ਹਰ ਧਿਆਏ। ਕਹਿੰਦੇ ਮਨ ਨਿਰਮਲ ਹੋ ਜਾਵੇਗਾ। ਮਨ ਚੋਂ ਜਿਹੜੀ ਵਕਾਰਾਂ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਆ ਨਾ, ਇਹਨੇ ਮੈਲਾ ਕੀਤਾ ਹੋਇਆ ਜ਼ਿੰਦਗੀ ਨੂੰ, ਸਾਡੇ ਇਸ ਸਰੀਰ ਨੂੰ। ਤੇ ਸਾਹਿਬ ਜੀ ਕਹਿੰਦੇ ਇਹ ਜਦੋਂ ਆਤਮਾ ਨਿਰਮਲ ਹੋ ਗਈ, ਹੋਣੀ ਕਿਵੇਂ ਹੈ? ਮਨ ਨਿਰਮਲ ਹਰ ਧਿਆਏ। ਹਰੀ ਦਾ ਧਿਆਨ ਧਰਨ ਦੇ ਨਾਲ, ਉਹਦਾ ਸਿਮਰਨ ਕਰਨ ਦੇ ਨਾਲ। ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਤੇ ਅਰਦਾਸ ਦੇ ਵਿੱਚ ਜਿਹੜਾ ਧਿਆਨ ਧਰਿਆ ਜਾਂਦਾ ਹੈ ਉਹ ਇੱਕ ਅਕਾਲ ਪੁਰਖ ਦਾ ਧਰਿਆ ਜਾਂਦਾ ਹੈ, ਤੇ ਅਰਦਾਸ ਕੀਤੀ ਵੀ ਅਕਾਲ ਪੁਰਖ ਅੱਗੇ ਜਾਂਦੀ ਹੈ। ਔਰ ਸਾਧ ਸੰਗਤ, ਮਨ ਨੀਵਾਂ ਰੱਖ ਕੇ, ਮੱਤ ਉੱਚੀ ਰੱਖ ਕੇ ਜਦੋਂ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਾਂਗੇ ਤੇ ਗੁਰੂ ਸਾਹਿਬ ਸਾਡੇ ਤੇ ਫਿਰ ਕਿਰਪਾ ਕਰਦੇ ਨੇ। ਅੱਗੇ ਬਚਨ ਕੀਤਾ, ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਗੁਰੂ ਵੱਲ ਮੁਖ ਕਰਕੇ ਸ਼ਬਦ ਦੀ ਪਛਾਣ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਹਰੀ ਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ, ਇਹਦੇ ਵਿੱਚ ਮਨੁੱਖ ਸਮਾ ਜਾਂਦਾ ਹੈ। ਤੇ ਫੇਰ ਕੀ ਹੋਵੇਗਾ? ਜਦੋਂ ਨਾਮ ਦੀ ਪ੍ਰਾਪਤੀ ਹੋ ਗਈ, ਗੁਰੂ ਅਮਰਦਾਸ ਮਹਾਰਾਜ ਅੱਗੇ ਕਹਿੰਦੇ ਨੇ, ਗੁਰ ਗਿਆਨ ਪ੍ਰਚੰਡ ਬਲਾਇਆ। ਜਿਸ ਹਿਰਦੇ 'ਚ ਗਿਆਨ ਪੈਦਾ ਹੋ ਗਿਆ, ਗਿਆਨ ਨੇ ਪ੍ਰਕਾਸ਼ ਕਰ ਦਿੱਤਾ, ਅਗਿਆਨ ਅੰਧੇਰਾ ਜਾਏ। ਉਥੋਂ ਅਗਿਆਨਤਾ ਰੂਪੀ ਅੰਧੇਰਾ ਖਤਮ ਹੋ ਜਾਣਾ। ਫੇਰ ਸਾਧ ਸੰਗਤ, ਜਿਹੜਾ ਦੂਜਾ ਭਾਉ ਹੈ, ਜਿਹੜੇ ਵਕਾਰ ਨੇ, ਜਿਹੜੇ ਕਰਮ ਕਾਂਡ ਨੇ, ਭਰਮ ਨੇ, ਇਹ ਸਭ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਣਗੇ। ਪਰ ਹੋਣੇ ਉਦੋਂ ਆ ਜਦੋਂ ਜ਼ਿੰਦਗੀ 'ਚ ਪ੍ਰਕਾਸ਼ ਹੋਵੇ। ਵੇਖੋ ਆਪਾਂ ਕਿੱਡੇ ਕਿਸਮਤ ਵਾਲੇ ਆ। ਦੁਨੀਆ ਦੇ ਬਹੁਤ ਧਰਮ ਨੇ ਤੇ ਬੜੇ ਧਾਰਮਿਕ ਗ੍ਰੰਥ ਨੇ। ਕਿਸੇ ਵੀ ਕੌਮ ਦੇ ਧਾਰਮਿਕ ਅਦਾਰੇ ਦੇ ਵਿੱਚ ਉਹਨਾਂ ਦੇ ਧਾਰਮਿਕ ਗ੍ਰੰਥ ਦਾ ਪ੍ਰਕਾਸ਼ ਨਹੀਂ ਹੁੰਦਾ। ਕਿਤਾਬ ਵਾਂਗ ਤੇ ਰੱਖਿਆ ਜਾਂਦਾ ਹੈ ਗ੍ਰੰਥ ਨੂੰ, ਪਰ ਯਾਦ ਰੱਖਣਾ ਪ੍ਰਕਾਸ਼ ਨਹੀਂ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਬਣਾਇਆ ਨਾ, ਤੇ ਉਹਨਾਂ ਨੇ ਕਿਹਾ ਵੀ ਅੱਜ ਬਾਬਾ ਬੁੱਢਾ ਜੀ ਤੁਸੀਂ ਇਸ ਗ੍ਰੰਥ ਦਾ ਪ੍ਰਕਾਸ਼ ਕਰੋ, ਤੇ ਇੱਕ ਮਰਜ਼ਾਦਾ ਕਾਇਮ ਕਰ ਦਿੱਤੀ। ਉਹ ਕੱਲਾ ਇਹ ਸ਼ਬਦ ਨਹੀਂ ਸੀ ਕਹੇ ਵੀ ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਨੇ ਸਭ ਪੰਥ। ਨਾਲ ਇਹ ਵੀ ਬਚਨ ਕਹੇ ਸੀ ਵੀ ਸਿੱਖਾ, ਅੱਜ ਤੋਂ ਇਸ ਗੱਲ ਦੀ ਸਮਝ ਰੱਖ ਲਈ ਕਿ ਮੈਂ ਤੈਨੂੰ ਪ੍ਰਕਾਸ਼ ਨਾਲ ਜੋੜ ਕੇ ਚੱਲਿਆ, ਚਾਨਣ ਨਾਲ ਜੋੜ ਕੇ ਚੱਲਿਆ। ਵੇਖੀ ਕਿਤੇ ਜ਼ਿੰਦਗੀ ਦੇ ਵਿੱਚ ਹਨੇਰੇ 'ਚ ਭਟਕ ਕੇ ਆਪਣੀ ਜ਼ਿੰਦਗੀ ਨੂੰ ਖੁਆਰ ਨਾ ਕਰ ਲਈ। ਇਸ ਸ਼ਬਦ ਨੇ ਹੀ ਤੈਨੂੰ ਰੁਸ਼ਨਾਉਣਾ ਹੈ। ਤੇ ਗੁਰੂ ਦਾ ਸ਼ਬਦ ਦੀਪਕ ਹੈ, ਬਾਣੀ ਦਾ ਬਚਨ ਹੈ ਨਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਤੇ ਜਿੱਥੇ ਦੀਪਕ ਜਗ ਪਿਆ, ਜਿੱਥੇ ਪ੍ਰਕਾਸ਼ ਹੋ ਗਿਆ, ਅੱਜ ਦੇ ਪਵਿੱਤਰ ਸ਼ਬਦ 'ਚ ਮਹਾਰਾਜ ਕਹਿ ਰਿਹਾ, ਗੁਰ ਗਿਆਨ ਪ੍ਰਚੰਡ ਬਲਾਇਆ, ਅਗਿਆਨ ਅੰਧੇਰਾ ਜਾਏ। ਉਥੋਂ ਅਗਿਆਨਤਾ ਖਤਮ ਹੋ ਜਾਵੇਗੀ। ਫਿਰ ਕਦੇ ਬੰਦਾ ਕਿਸੇ ਨਾਲ ਨਫ਼ਰਤ ਨਹੀਂ ਕਰੇਗਾ, ਘਰਾਂ ਦੇ ਵਿੱਚ ਝਗੜੇ ਨਹੀਂ ਹੋਣਗੇ,
ਪਰਿਵਾਰਾਂ ਦੇ ਝਗੜੇ ਨਹੀਂ ਹੋਣਗੇ, ਫਿਰ ਸਾਡੇ ਮਨ ਚੋਂ ਈਰਖਾ ਨਿਕਲ ਜਾਵੇਗੀ ਤੇ ਪਰਸਪਰ ਭਾਈਚਾਰਕ ਸਾਂਝ ਤੇ ਪਿਆਰ ਪੈਦਾ ਹੋਵੇਗਾ। ਤੇ ਵੈਸੇ ਵੀ ਜਿਨ੍ਹਾਂ ਘਰਾਂ ਦੇ ਅੰਦਰ ਝਗੜੇ ਨਹੀਂ ਉਹ ਘਰ ਸੁਖੀ ਹਨ। ਜਿੱਥੇ ਗੁਰੂ ਦੇ ਸ਼ਬਦ ਦਾ ਵਾਸਾ ਹੈ ਉਥੋਂ ਹਰ ਤਰ੍ਹਾਂ ਦੇ ਦੁਨਿਆਵੀ ਤੇ ਅੰਦਰ ਦੇ ਝਗੜੇ ਖਤਮ ਹੋ ਜਾਂਦੇ। ਤੋ ਮਹਾਰਾਜ ਅੱਗੇ ਬਚਨ ਕਰਦੇ ਨੇ, ਮਨ ਮੁਖ ਮੈਲੇ ਮਲ ਭਰੇ ਹਉ ਮੈਂ ਤ੍ਰਿਸ਼ਨਾ ਵਿਕਾਰ। ਪਰ ਕਹਿੰਦੇ ਜਿਹੜੇ ਗੁਰਮੁਖ ਨਹੀਂ, ਜਿਨ੍ਹਾਂ ਦਾ ਮੁਖ ਗੁਰੂ ਵੱਲ ਨਹੀਂ, ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਨੇ ਉਹਨਾਂ ਨੂੰ ਮਨਮੁਖ ਕਿਹਾ ਹੈ। ਤੇ ਉਹ ਮੈਲ ਦੇ ਭਰੇ ਨੇ, ਕੋਈ ਈਰਖਾ ਦਾ ਭਰਿਆ ਹੈ, ਕੋਈ ਹੰਕਾਰ ਦਾ ਭਰਿਆ ਹੈ, ਕੋਈ ਚੁਗਲੀ ਦਾ ਭਰਿਆ ਹੈ, ਕੋਈ ਨਿੰਦਿਆ ਦਾ ਭਰਿਆ ਹੈ। ਤੇ ਮਹਾਰਾਜ ਕਹਿੰਦੇ ਹਉਮੈ 'ਚ ਤੁਰੇ ਫਿਰਦੇ ਆ, ਹੰਕਾਰ 'ਚ ਤੁਰੇ ਫਿਰਦੇ ਆ ਤੇ ਤ੍ਰਿਸ਼ਨਾ ਵਿਕਾਰ। ਤੇ ਜਿਹੜੇ ਤ੍ਰਿਸ਼ਨਾ ਹੈ ਨਾ, ਇਹ ਜਿਹੜੇ 5 ਵਿਕਾਰ ਨੇ, ਇਹਦੇ ਨਾਲ ਨਾਲ ਜਿਹੜੀ ਤ੍ਰਿਸ਼ਨਾ ਹੈ ਮਹਾਰਾਜ ਕਹਿੰਦੇ ਉਹ ਖਤਮ ਨਹੀਂ ਹੁੰਦੀ। ਬਿਨ ਸ਼ਬਦੈ ਮੈਲ ਨਾ ਉਤਰੈ ਮਰ ਜੰਮੈ ਹੋਏ ਖੁਆਰ। ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾ ਅੰਦਰ ਜਿਹੜਾ ਇਹਨੂੰ ਧੋਤਾ ਹੀ ਨਹੀਂ ਜਾ ਸਕਦਾ। ਸਾਧ ਸੰਗਤ, ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਵੀ ਬਾਹਰੋਂ ਗੰਦਗੀ ਕੱਪੜਿਆਂ ਨੂੰ ਲੱਗ ਜਾਵੇ ਤੇ ਸਾਬਣ ਨਾ ਲੈ ਸਕਦੀ, ਪਰ ਜੇ ਮਨ ਦੀ ਗੰਦਗੀ ਸਾਫ਼ ਕਰਨੀ ਆ ਤੇ ਫਿਰ ਨਾਮ ਦਾ ਸਾਬਣ ਚਾਹੀਦਾ, ਸ਼ਬਦ ਦਾ ਸਾਬਣ ਚਾਹੀਦਾ। ਬਾਣੀ 'ਚ ਬਚਨ ਨੇ ਨਾ ਕਿ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਪਰ ਅੱਗੇ ਕਿਹਾ ਭਰੀਐ ਮਤ ਪਾਪਾਂ ਕੈ ਸੰਗ। ਜੇ ਮਾਤੀ ਪਾਪਾਂ ਨਾਲ ਭਰੀ ਪਈ ਹੈ ਉਹ ਧੋਪੈ ਨਾਵੇਂ ਕੈ ਰੰਗ। ਕਹਿੰਦੇ ਇਹ ਨਾਮ ਦੇ ਰੰਗ ਤੋਂ ਬਿਨਾ, ਨਾਮ ਦੇ ਸਾਬਣ ਤੋਂ ਬਿਨਾ ਇਹ ਮੈਲ ਨਹੀਂ ਉਤਰ ਸਕਦੀ। ਤੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਬਿਨ ਸ਼ਬਦੇ ਮੈਲ ਨਾ ਉਤਰੈ। ਜਦੋਂ ਮੈਲ ਉਤਰਨੀ ਨਹੀਂ ਸ਼ਬਦ ਤੋਂ ਬਿਨਾ, ਤੇ ਫਿਰ ਇਹਦਾ ਮਤਲਬ ਵੀ ਸ਼ਬਦ ਨਾਲ ਤੇ ਜੁੜੇ ਹੀ ਨਹੀਂ, ਨਾਮ ਨਾਲ ਤੇ ਜੁੜੇ ਹੀ ਨਹੀਂ, ਚੰਗਿਆਈ ਨਾਲ ਤੇ ਜੁੜੇ ਹੀ ਨਹੀਂ। ਕੀ ਹੋਵੇਗਾ? ਮਰ ਜੰਮੇ ਹੋਏ ਖੁਆਰ। ਬੰਦਾ ਰੋਜ਼ ਜੰਮੇਗਾ, ਰੋਜ਼ ਮਰੇਗਾ ਤੇ ਖੁਆਰ ਹੋਵੇਗਾ। ਨਾ ਤੇ ਜਿਹੜਾ ਦੁਨਿਆਵੀ ਜੰਮਣਾ ਮਰਨਾ ਇਹ ਖਤਮ ਹੋਣਾ ਹੈ, ਤੇ ਨਾ ਜਿਹੜਾ 84 ਲੱਖ ਜੂਨਾਂ ਦਾ ਗੇੜ ਹੈ ਮਹਾਰਾਜ ਕਹਿੰਦੇ ਇਹ ਖਤਮ ਹੋਣਾ ਹੈ। ਹੁਣ ਬੰਦਾ ਰੋਜ਼ ਵੀ ਜੰਮਦਾ ਮਰਦਾ ਹੈ, ਮਾਫ ਕਰਨਾ, ਸੱਪ ਇੱਕ ਜੂਨ ਹੈ, ਉਹ ਤੇ ਪਤਾ ਹੈ ਨਾ ਸਭ ਨੂੰ ਪੇ ਦੇ ਅੰਦਰ ਜ਼ਹਿਰ ਹੈ। ਤੇ ਸਾਧ ਸੰਗਤ, ਹਾਥੀ ਇੱਕ ਜੂਨ ਹੈ, ਪਤਾ ਹੈ ਵੀ ਇਹ ਕਾਮ ਨਾਲ ਭਰਿਆ ਪਿਆ। ਕੁੱਤਾ ਕੂਕਰ ਇੱਕ ਜੂਨ ਹੈ, ਪਤਾ ਹੈ ਵੀ ਇਹ ਲੋਭ ਨਾਲ ਭਰਿਆ ਪਿਆ। ਪਰ ਮਹਾਰਾਜ ਕਹਿੰਦੇ ਬੰਦਾ ਰੋਜ਼ ਹੀ ਕਿੰਨੀ ਵਾਰਾਂ ਹਾਥੀ ਬਣਦਾ ਹੈ, ਕਿੰਨੀ ਵਾਰਾਂ ਸੱਪ ਬਣਦਾ ਹੈ, ਕਿੰਨੀ ਵਾਰਾਂ ਕੂਕਰ ਬਣਦਾ ਹੈ। ਇਹਦੇ ਬਾਰੇ ਮਹਾਰਾਜ ਨੇ ਬਾਣੀ 'ਚ ਇੱਕ ਪੰਕਤੀ ਵੀ ਲਿਖੀ ਆ। ਸਾਹਿਬ ਕਹਿੰਦੇ ਗੁਰ ਮੰਤਰ ਹੀਣ ਸਜੋ ਪ੍ਰਾਣੀ ਤੇਰੇ ਗੰਤ ਜਨਮ ਭ੍ਰਸ਼ਟਣੈ ਕੂਕਰੈ ਸੂਕਰੈ ਗਰਦ ਬੈ ਕਾਕੈ ਸਰਪ ਨੇ ਤੁਲ ਖਲੇ। ਤੁਲ ਖਲੇ ਦਾ ਅਰਥ ਹੈ ਵੀ ਜੇ ਨਾਮ ਦੀ ਪ੍ਰਾਪਤੀ ਨਹੀਂ, ਸ਼ਬਦ ਨਾਲ ਨਹੀਂ ਜੁੜੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਕਦੇ ਕੂਕਰ ਬਣ ਕੇ ਸੰਸਾਰ 'ਚ ਤੁਰ ਰਿਹਾ ਮਨੁੱਖ, ਕਦੇ ਸੂਰ ਬਣ ਕੇ ਤੁਰਿਆ ਫਿਰਦਾ। ਗਰਦਬੈ ਦਾ ਅਰਥ ਹੈ ਕਦੇ ਗਧੇ ਵਾਲੀ ਬਿਰਤੀ ਲੈ ਕੇ ਤੁਰਿਆ ਫਿਰਦਾ ਹੈ। ਹਾਂ, ਇਹ ਗੁਰਮੁਖ ਵਾਲੀ ਬਿਰਤੀ ਤਾਂ ਬਾਨੀ ਆ, ਰੱਬ ਦੇ ਪਿਆਰਿਆਂ ਵਾਲੀ ਬਿਰਤੀ ਤਾਂ ਬਾਨੀ ਆ ਜੇਕਰ ਸ਼ਬਦ ਨਾਲ ਸਾਂਝ ਪੈ ਜਾਵੇਗੀ, ਵਾਹਿਗੁਰੂ ਦੇ ਨਾਮ ਨਾਲ ਸਾਂਝ ਪੈ ਜਾਵੇਗੀ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਾਹਿਬ ਕਹਿੰਦੇ ਧਾਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ। ਧਾਤਰ ਬਾਜੀ ਦਾ ਅਰਥ ਹੈ ਵੀ ਇਹ ਨਾਸ਼ਵੰਤ ਸੰਸਾਰ ਦੇ ਅੰਦਰ ਜਿਹੜੀ ਖੇਡ ਹੈ ਨਾ ਜ਼ਿੰਦਗੀ ਦੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ 'ਚ ਹੀ ਬੰਦਾ ਉਲਝ ਕੇ ਰਹਿ ਜਾਂਦਾ ਹੈ। ਦੁਨਿਆਵੀ ਵਕਾਰਾਂ ਦੇ ਵਿੱਚ ਫਸਿਆ ਰਿਹਾ, ਲੋਭ ਮਾਇਆ 'ਚ ਫਸਿਆ ਰਿਹਾ, ਤੇ ਨਾ ਆਪਣਾ ਲੋਕ ਸਵਾਰ ਸਕਿਆ ਤੇ ਨਾ ਪਰਲੋਕ ਸਵਾਰ ਸਕਿਆ। ਫਿਰ ਚੌਥੇ ਤੇ ਆਖਰੀ ਬੰਦ 'ਚ ਮਹਾਰਾਜ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ। ਕਹਿੰਦੇ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ ਨਾ, ਉਹਨਾਂ ਦੀ ਜ਼ਿੰਦਗੀ 'ਚ ਜਪ ਵੀ ਹੈ, ਤਪ ਵੀ ਹੈ ਤੇ ਸੰਜਮ ਵੀ ਹੈ। ਜਪ ਦਾ ਅਰਥ ਹੈ ਬਾਣੀ, ਤਪ ਦਾ ਅਰਥ ਹੈ ਸੇਵਾ, ਤੇ ਸੰਜਮ ਦਾ ਅਰਥ ਹੈ ਸਤਿਕਾਰਯੋਗ ਸਾਧ ਸੰਗਤ। ਜਦੋਂ ਮਨੁੱਖ ਇਹਨਾਂ ਵਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਉਹਦੀ ਜ਼ਿੰਦਗੀ ਦੇ ਅੰਦਰ ਸਹਿਜ ਆ ਜਾਂਦਾ ਹੈ, ਸੰਜਮ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ। ਇਹ ਸੰਤੋਖ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਅੰਦਰ ਸੀ। ਤੇ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਮਹਾਰਾਜ ਦਾ ਜੀਵਨ ਵੇਖ ਕੇ ਸਾਨੂੰ ਦੁਨਿਆਵੀ ਜੀਵਾਂ ਨੂੰ ਸਮਝਾਇਆ ਸੀ। ਕੀ ਕਹਿੰਦੇ ਮਹਾਰਾਜ?
ਹਜੂਰ ਕਹਿੰਦੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਬਾਬੇ ਨਾਨਕ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਨੇ ਖਡੂਰ ਵਸਾਇਆ ਤੇ ਉੱਥੇ ਕਿਹੜੀ ਰੌਣਕ ਲਾਈ? ਜਪ ਤਪ ਸੰਜਮ ਨਾਲ ਤੁਧ। ਅੱਜ ਵੀ ਮਹਾਰਾਜ ਨੇ ਸ਼ਬਦ 'ਚ ਜਪ ਤਪ ਤੇ ਸੰਜਮ ਦੀ ਗੱਲ ਕੀਤੀ। ਕਹਿੰਦੇ ਗੁਰੂ ਅੰਗਦ ਸਾਹਿਬ ਤੇਰੇ 'ਚ ਜਪ ਵੀ ਹੈ, ਬਾਣੀ ਵੀ ਹੈ, ਤਪ ਵੀ ਹੈ, ਸੇਵਾ ਵੀ ਹੈ ਤੇ ਸੰਜਮ ਵੀ ਹੈ। ਮਹਾਰਾਜ ਕਹਿੰਦੇ ਜਪ ਤਪ ਸੰਜਮ ਨਾਲ ਤੁਧ। ਜਦੋਂ ਇਹ ਚੀਜ਼ਾਂ ਆ ਗਈਆਂ ਫਿਰ ਕੀ ਹੋਵੇਗਾ? ਹੋਰ ਮੁੱਚ ਗਰੂਰ। ਕਹਿੰਦੇ ਜਿਹੜਾ ਅੰਦਰ ਦਾ ਗਰੂਰ ਹੈ, ਹੰਕਾਰ ਹੈ ਨਾ, ਇਹ ਖਤਮ ਹੋ ਜਾਵੇਗਾ, ਕਿਉਂਕਿ ਹੰਕਾਰ ਬੰਦੇ ਨੂੰ ਖੁਆਰ ਕਰਦਾ ਹੈ। ਬਾਣੀ ਦਾ ਬੜਾ ਪਿਆਰਾ ਇਹ ਫੈਸਲਾ ਹੈ। ਇਸੇ ਹੀ ਸ਼ਬਦ ਵਿੱਚ ਮਹਾਰਾਜ ਜੀ ਦੇ ਪਰਮ ਸਿੱਖਾਂ ਨੇ, ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਕਿਹਾ, ਮਹਾਰਾਜ ਕਹਿੰਦੇ ਲੱਭ ਵੇਣਾ ਹੈ ਮਾਨਸਾ ਜਿਉ ਪਾਣੀ ਬੂਰ। ਜਿਵੇਂ ਪਾਣੀ ਨੂੰ ਬੂਰ ਖਤਮ ਕਰ ਦਿੰਦਾ ਹੈ। ਨਵੀਂ ਪੀੜ੍ਹੀ ਨੂੰ ਵੈਸੇ ਨਹੀਂ ਪਤਾ ਲੱਗਣਾ ਵੀ ਬੂਰ ਕਿਹਨੂੰ ਕਹਿੰਦੇ ਆ। ਛੱਪੜ ਦੇ ਵਿੱਚ, ਪਿੰਡਾਂ 'ਚ ਛੱਪੜ ਹੁੰਦੇ ਨੇ ਤੇ ਉੱਤੇ ਹਰੀ ਹਰੀ ਚੀਜ਼ ਉਹ ਜੰਮ ਜਾਂਦੀ, ਜਾਲਾ ਜੰਮ ਜਾਂਦਾ ਹੈ ਤੇ ਉਸ ਹਰੀ ਚੀਜ਼ ਨੂੰ ਬੂਰ ਕਿਹਾ ਜਾਂਦਾ ਹੈ। ਸਾਧ ਸੰਗਤ ਇਸੇ ਕਰਕੇ ਕਿਹਾ ਜਾਂਦਾ ਵੀ ਆਪਣੀ ਭਾਸ਼ਾ ਨਾਲ, ਆਪਣੀ ਜ਼ੁਬਾਨ ਨਾਲ ਜੁੜਨਾ ਚਾਹੀਦਾ। ਮਹਾਰਾਜ ਕਹਿੰਦੇ ਜਿਵੇਂ ਬੂਰ ਪਾਣੀ ਨੂੰ ਖਰਾਬ ਕਰਦਾ ਹੈ, ਇਦਾਂ ਹੀ ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ। ਹੰਕਾਰ ਵੀ ਬੰਦੇ ਨੂੰ ਖੁਆਰ ਕਰਦਾ ਹੈ ਤੇ ਬੰਦੇ ਕੋਲ ਕਿੱਡਾ ਵੀ ਅਹੁਦਾ ਹੋਵੇ, ਕਿੱਡਾ ਵੀ ਗਿਆਨ ਹੋਵੇ, ਉਹਦੇ 'ਚ ਹੰਕਾਰ ਨਹੀਂ ਹੋਣਾ ਚਾਹੀਦਾ, ਨਿਮਰਤਾ ਹੋਣੀ ਚਾਹੀਦੀ ਹੈ। ਸਾਦਗੀ, ਸੰਜਮ, ਸੰਤੋਖ, ਹਰ ਵੇਲੇ ਕਿਸੇ ਨਾਲ ਪਿਆਰ ਨਾਲ ਪੇਸ਼ ਆਉਣਾ, ਇਹ ਗੁਣ ਨੇ ਚੰਗੇ, ਇਹ ਜ਼ਿੰਦਗੀ ਦਾ ਆਧਾਰ ਹੋਣੇ ਚਾਹੀਦੇ ਨੇ। ਤੋਂ ਮਹਾਰਾਜ ਕਿਰਪਾ ਕਰਨ, ਸਾਹਿਬ ਜੀ ਕੀ ਬਖਸ਼ਿਸ਼ ਕਰ ਰਹੇ ਨੇ? ਸਾਹਿਬ ਜੀ ਚੌਥੇ ਬੰਦ ਵਿੱਚ ਕਹਿ ਰਹੇ ਨੇ ਕਿ ਗੁਰਮੁਖ ਸਦਾ ਧਿਆਈ ਹੈ। ਗੁਰਮੁਖ ਜਿਹੜੇ ਗੁਰੂ ਵੱਲ ਮੁਖ ਕਰਕੇ ਬੈਠੇ ਨੇ, ਉਹ ਸਦਾ ਨਾਮ ਨੂੰ ਧਿਆਉਂਦੇ ਨੇ। ਏਕ ਨਾਮ ਕਰਤਾਰ, ਉਹ ਇਹ ਸਮਝਦੇ ਨੇ ਵੀ ਵਾਹਿਗੁਰੂ ਅਕਾਲ ਪੁਰਖ ਉਹਦਾ ਇੱਕ ਨਾਮ, ਉਹੋ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੈ। ਫਿਰ ਆਖਰੀ ਪੰਕਤੀ ਵਿੱਚ ਮਹਾਰਾਜ ਨੇ ਬਚਨ ਕੀਤਾ, ਨਾਨਕ ਨਾਮ ਧਿਆਈ ਹੈ। ਹੇ ਨਾਨਕ ਨਾਮ ਨੂੰ ਧਿਆਉਣਾ ਕਰੋ। ਕਿਉਂ ਧਿਆਈਏ? ਮਹਾਰਾਜ ਫਿਰ ਅੱਗੇ ਬਚਨ ਕਰਦੇ, ਸਭਨਾ ਜੀਆਂ ਕਾ ਆਧਾਰ। ਉਹ ਦੁਨੀਆ ਤੇ ਸਾਰੇ ਜੀਆਂ ਦਾ ਆਧਾਰ ਹੈ, ਆਸਰਾ ਹੈ, ਤੇ ਇਸ ਕਰਕੇ ਉਹਦਾ ਆਸਰਾ ਲੈ ਕੇ ਆਪਣੀ ਜ਼ਿੰਦਗੀ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਰੁਸ਼ਨਾ ਸਕਦੇ ਹਾਂ। ਇੱਕ ਮੂਲ ਲੱਗੇ ਓਨੀ ਸੁਖ ਪਾਇਆ, ਜਿਹੜੇ ਇਸ ਮੂਲ ਨਾਲ ਜੁੜ ਗਏ ਉਹ ਸੁਖੀ ਹੋ ਗਏ। ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਤੇ ਜਿਹੜੇ ਡਾਲੀਆਂ ਨਾਲ ਜੁੜੇ ਨਾ ਦੂਜੇ ਭਾਉ ਦੇ ਨਾਲ, ਇਹ ਸਾਰੇ ਸ਼ਬਦ ਦੇ ਸਾਧ ਸੰਗਤ ਇਹ ਕੇਂਦਰੀ ਅਰਥ ਇਹੀ ਬਣਦੇ ਨੇ ਕਿ ਡਾਲੀਆਂ ਨਾਲ ਨਹੀਂ ਜੁੜਨਾ, ਮੂਲ ਨਾਲ ਜੁੜਨਾ ਹੈ। ਤੇ ਅੱਗੇ ਮਹਾਰਾਜ ਨੇ ਫਿਰ ਬਚਨ ਕੀਤਾ, ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ। ਡਾਲੀ ਨਾਲ ਜੁੜਿਆਂ ਨੂੰ ਨਹੀਂ, ਮੂਲ ਨਾਲ ਜੁੜਿਆਂ ਨੂੰ ਅੰਮ੍ਰਿਤ ਦੇ ਫਲ ਲੱਗੇ। ਮਹਾਰਾਜ ਬਚਨ ਕਰਦੇ ਨੇ ਕਿ ਅੰਮ੍ਰਿਤ ਰੂਪੀ ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਇਸ ਮੂਲ ਨਾਲ ਜੁੜੇ ਰਹਿੰਦੇ ਹਨ। ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾਂ ਹੈ। ਗੁਰੂ ਸਾਹਿਬ ਕਿਰਪਾ ਕਰਨ, ਉਹ ਜਿਹੜੀ ਅਕਥ ਦੀ ਕਹਾਣੀ ਹੈ, ਉਹ ਜਿਹੜੀ ਸੋਹਣੀ ਵਿਚਾਰ ਹੈ, ਇਸ ਵਿਚਾਰ ਨਾਲ ਜੁੜੇ ਜਾਈਏ। ਤੇ ਜਿਹੜੀ ਬਾਣੀ ਦੀ ਵਿਚਾਰ, ਜਦੋਂ ਬਾਣੀ ਨੂੰ ਅਰਥਾਂ ਨਾਲ ਸਮਝਦੇ ਆ ਨਾ, ਇਹ ਵੀ ਸਾਡੀ ਇੱਕ ਘਾੜਤ ਘੜ ਦਿੰਦੀ ਹੈ। ਸਾਨੂੰ ਸ਼ਬਦ ਦੀ ਸੋਝੀ ਪੈ ਜਾਂਦੀ। ਤੁਸੀਂ ਵਡਭਾਗੇ ਹੋ, ਰੋਜ਼ ਬਾਣੀ ਦੀ ਵਿਚਾਰ ਸੁਣਦੇ ਹੋ, ਗੁਰੂ ਮਹਾਰਾਜ ਦੀ ਗੋਦ 'ਚ ਬਹਿ ਕੇ ਵੀ ਤੇ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਵੀ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਬਾਣੀ ਸਾਡੇ ਵੀ ਅੰਦਰ ਦੇ ਸਾਰੇ ਪਾਪ, ਜਿਹੜਾ ਦੂਜਾ ਭਾਉ ਹੈ, ਇਹਨੂੰ ਕੱਟ ਦੇਵੇ ਤੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਵੇ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ ਨੇ। ਇੱਕੋ ਹੀ ਮਿਸ਼ਨ ਹੈ ਸਾਡਾ ਸਭ ਦਾ ਕਿ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤ ਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਸੋ ਆਓ ਬੜੇ ਪਿਆਰ ਨਾਲ ਇਸ ਦੇ ਧਾਰਨੀ ਬਣ ਕੇ ਤੇ ਆਪਾਂ ਗੁਰੂ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਰੁਸ਼ਨਾ ਲਈਏ ਜੀ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਧੰਨਵਾਦ। ਸਮੂਹ ਸਟਾਫ ਦਾ ਧੰਨਵਾਦ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਅਸੀਸ ਰੂਪ ਵਿੱਚ ਫਤਿਹ ਨਾਲ ਸਾਂਝ ਪਾਓ। ਇੰਨੇ ਕੁ ਸ਼ਬਦ ਪ੍ਰਵਾਨ ਕਰਨੇ, ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਰ